देश दुनिया च वसदे पंजाबियों को खुश आमदीद। मैं हरजिंदर सिंह रंधावा, तुस देख रहे हो पंजाब टेलीविजन और मेरे नाल ने सीनियर पत्रकार मनप्रीत रंधावा। रंधावा साहब जी आए। बहुत बहुत धन्यवाद तुहाडा रंधावा जी। सब तो अहम खबर आ कि किसान अज राजधानी च गाह पाउणगे। ये कौमी राजधानी दिल्ली नहीं जिथे 7 महीनों का पाया, ये चंडीगढ़ नूं अज दसणगे कि असीं जींदे आ जे। और ये सब तो बड़ा सवाल आ कि गिणती किन्नी होगी। प्रशासन पब्बां भार नहीं डरिया सहमिया होया। सवाल यह है कि किसी नूं धक्क के कंध ना ला दोगे, वो मुड़ के अगों विरोध तां करूगा ही। अगला सवाल यह है कि पंजाब दा भाईचारा सचमुच वगदियां हवावां ते झक्खड़ां दे विच भी बचिया रहा। हिंदू सिख सवाल कदे पैदा नहीं होया। पिछले दिनां च सोशल मीडिया जां साडे वर्गे जिहड़े कच्च घरड़ सी, उन्हां ने ये सवाल एवें ही कैमरिਆਂ ਦੀ ਚੱਕਾ ਚੌਂਦ ਚ ਵਧਾਤਾ। ਅੱਜ ਇੱਕ शिव सेना ਦੇ ਜਿਹੜਾ ਸੰਗਠਨ ਕੌਮੀ, ਉਹਦਾ ਇੱਕ ਵੱਡਾ ਬੰਦਾ ਇਹ ਕਹਿੰਦਾ ਕਿ ਸਿੱਖ ਸਾਡੇ ਲਈ ਅਹਿਮ ਨੇ ਔਰ ਜਿਹੜੇ ਸਾਡੇ ਲੋਕ ਜਿਨ੍ਹਾਂ ਨੂੰ ਉਹ ਫੇਕ ਲੋਕ ਦੱਸਦਾ ਹੈ शिव सेना ਦੇ, ਜਿਹੜੇ ਇਸ ਤਰ੍ਹਾਂ ਦੀਆਂ ਦੂਰੀਆਂ ਬਣਾ ਰਹੇ ਆ, ਉਹਨਾਂ ਤੋਂ ਵਿੱਥ ਬਣਾਵਾਂਗੇ, ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਇੱਕ ਦੇਰ ਬਾਅਦ ਬਹੁਤ ਬਿਹਤਰੀਨ ਬਿਆਨ ਸਮਝਦਾ ਮੈਂ ਇਹਨੂੰ, ਕਿਉਂਕਿ ਪੰਜਾਬ ਦਾ ਕਲਚਰ ਤਰਜਮਾਨ ਇਹਨਾਂ ਚੀਜ਼ਾਂ ਦਾ ਕਿ ਜਦੋਂ ਬਹੁਤ ਬੁਰੇ ਹਾਲਾਤ ਸੀ ਉਦੋਂ ਵੀ ਲੋਕ ਆਪਸ ਵਿੱਚ ਕਦੇ ਨਹੀਂ ਲੜੇ। ਸੋ ਇੱਕ ਦੂਜੇ ਦੇ ਪੂਰਕ ਬਣ ਕੇ ਚੱਲੇ ਨੇ। ਇਸ ਤੋਂ ਥੋੜਾ ਜਿਹਾ ਅੱਗੇ ਵੱਧਦੇ ਹਾਂ ਤੇ ਕਾਂਗਰਸ ਦੀ ਅੰਦਰਲੀ ਲੜਾਈ ਅਜੇ ਮੁੱਕੀ ਨਹੀਂ। ਰਾਹੁਲ ਗਾਂਧੀ ਨੂੰ ਕਾਫੀ ਵੱਡਾ ਕੰਮ ਮਿਲਿਆ ਹੋਇਆ। ਇੰਨੀ ਦਿਨੀ ਉਹ ਕਿਸੇ ਸਰਕਾਰੀ ਨੌਕਰੀ ਵਾਂਗ ਲਗਾਤਾਰ ਬੈਠੇ ਨੇ 8-8 ਘੰਟੇ, ਤੇ ਹੁਣ ਜਿਨ੍ਹਾਂ ਨੂੰ ਬੁਲਾਇਆ ਉਹ ਬੜੇ ਅਹਿਮ ਨੇ। ਪਹਿਲੇ ਦਿਨਾਂ ਚ ਇੰਜ ਲੱਗਦਾ ਸੀ ਕਿ ਉਹ ਪ੍ਰੋ ਸਿੱਧੂ ਨੇ, ਲੇਕਿਨ ਜੋ ਕੱਲ ਦੇ ਦਿਨ ਚ ਵਾਪਰਿਆ ਉਹਦੇ ਵਿੱਚ ਕੁਝ ਤਸਵੀਰ ਬਦਲੀ ਆ। ਉਹ ਤਸਵੀਰ ਕੀ ਬਦਲੀ ਆ, ਇਹਦੇ ਉੱਤੇ ਆਪਾਂ ਰੰਧਾਵਾ ਸਾਹਿਬ ਨਾਲ ਚਰਚਾ ਕਰਾਂਗੇ। ਲੇਕਿਨ ਬੀਜੇਪੀ ਨੇ ਵੀ ਆਪਣਾ ਕੱਲ ਇੱਕ ਆਪਣਾ ਅਸਰ ਛੱਡਿਆ। ਅਸਰ ਕਿਸ ਢੰਗ ਨਾਲ ਛੱਡਿਆ ਇਹਨੂੰ ਦੇਖਣਾ ਹੋਊਗਾ। ਅਸ਼ਵਨੀ ਸ਼ਰਮਾ ਕਹਿੰਦੇ ਆ, ਜਿਹੜੇ ਉਹਨਾਂ ਦੇ ਇੱਥੇ ਕਰਤਾ ਧਰਤਾ ਪੰਜਾਬ ਚ, ਕਿ ਅਸੀਂ ਇਨਸਾਫ ਬੇਅਦਬੀਆਂ ਦਾ ਦਿਆਂਗੇ, ਅਸੀਂ ਦਿਆਂਗੇ। 2015 ਤੋਂ 17 ਤੱਕ ਇਹ ਨਾਲ ਹੀ ਸੀਗੇ। ਉਹਨਾਂ ਦਿਨਾਂ ਚ ਥੋੜਾ ਰੌਲਾ ਪਾ ਲੈਂਦੇ ਤਾਂ ਇਹਨਾਂ ਦੀ ਵੀ ਇੰਨੀ ਫਜੀਹਤ ਨਾ ਹੁੰਦੀ ਅਕਾਲੀਆਂ ਦੀ। ਤੇ ਦੂਜੇ ਬੰਨੇ ਮਦਨ ਮੋਹਨ ਮਿੱਤਲ ਬਾਦਲਾਂ ਨੂੰ ਕਲੀਨ ਚਿੱਟ ਦਿੰਦੇ ਆ। ਭਾਜਪਾ ਦੀ ਰਾਜਨੀਤੀ ਅੰਦਰ ਦੀ ਵੀ ਕੁਝ ਵਿੰਗ ਵਲੇਵਿਆਂ ਵਾਲੀ ਆ। ਕਈ ਵਾਰੀ ਮਹਿਸੂਸ ਹੁੰਦਾ ਹੈ ਜਿਵੇਂ ਜਗ੍ਹਾ ਤਲਾਸ਼ ਤੇ ਫਿਰਦੇ ਆ, ਲੇਕਿਨ ਕਿਸਾਨ ਨੇ ਕਿ ਉਹਨਾਂ ਨੂੰ ਜਿੱਥੇ ਜਾਂਦੇ ਨੇ ਘੇਰ ਖਲੋਂਦੇ ਆ। ਮਨਪ੍ਰੀਤ ਜੀ, ਘਟਨਾਵਾਂ ਦਾ ਵੇਗ ਬੜਾ ਤੀਬਰ ਹੈ, ਤੇ ਜੇਕਰ ਮੈਂ ਸਭ ਤੋਂ ਪਹਿਲਾਂ ਇੱਥੋਂ ਤੁਰਾਂ ਕਿ ਅੰਦਰਲੀ ਅੱਗ, ਜਿਹੜੀ ਅੱਗ ਮੱਚਦੀ ਆ ਕਿਸਾਨੀ ਦੇ ਅੰਦਰ, ਕਿ ਸਾਨੂੰ ਤਾਂ ਸੁਣਿਆ ਹੀ ਨਾ ਗਿਆ, ਨਾ ਆਪਣਿਆਂ ਨਾ ਬਗਾਨਿਆਂ। ਇੱਥੋਂ ਦੀ ਸਰਕਾਰ ਨੇ ਇਹ ਕਹਿ ਕੇ ਕਿ ਅਸੀਂ ਤੁਹਾਡੇ ਨਾਲ ਆ, ਦਿੱਲੀ ਨੂੰ ਤੋੜ ਛੱਡੇ। ਦਿੱਲੀ ਨਾਲ ਕਦੇ ਸੰਵਾਦ ਹੀ ਨਹੀਂ ਰਚਾਇਆ। ਇੱਥੇ ਸੁਰਖਰੂ ਹੋ ਕੇ ਬੈਠੇ ਰਹੇ, ਆਪਸ ਵਿੱਚ ਲੜਦੇ ਰਹੇ, ਰਾਜਧਾਨੀ ਦੀਆਂ ਬਰੂਹਾਂ ਤੇ ਕਿਸਾਨ ਮਰਦੇ ਰਹੇ। ਸੋ ਇਹਨੂੰ ਕਿਵੇਂ ਲੈਂਦੇ ਹੋ ਜਦੋਂ ਅੱਜ ਹਜ਼ਾਰਾਂ, ਸੁਣਿਆ ਹੈ ਕਿ 10,000 ਤੋਂ ਵੱਧ ਦੀ ਆਮਦ ਦੀ ਉਡੀਕ ਹੈ? ਕੀ ਕਹਿੰਦੇ ਹੋ ਰੰਧਾਵਾ ਜੀ? ਦੇਖੋ, ਇਹ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈ ਕਿ 7 ਮਹੀਨੇ ਹੋ ਗਏ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨ। 26 ਨਵੰਬਰ ਨੂੰ ਗਏ ਸੀ ਸੰਨ 2020 ਚ, ਤੇ ਉਦੋਂ ਅਕਸਰ ਇਹ ਕਿਹਾ ਜਾਂਦਾ ਸੀ ਕਿ ਅਸੀਂ ਤਾਂ ਜੀ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਟਰਾਲੀਆਂ ਚ ਭਰ ਕੇ ਕਣਕ ਲੈ ਆਏ, ਜੋ ਰਾਸ਼ਨ ਪਾਣੀ ਸੀ ਸਾਡੇ ਕੋਲ ਪੂਰਾ, ਤੋਂ ਅਸੀਂ ਇੰਤਜ਼ਾਮ ਪੂਰੇ ਕਰਕੇ ਆਏ। ਪਰ ਲੋਕਾਂ ਨੂੰ ਇਹ ਲੱਗਦਾ ਨਹੀਂ ਸੀ ਕਿ 6 ਮਹੀਨੇ ਜਾਂ 7 ਮਹੀਨੇ ਇੱਥੇ ਇੰਨਾ ਵੱਡਾ ਇਹ ਅੰਦੋਲਨ ਚੱਲੂਗਾ। ਲੋਕਾਂ ਨੂੰ ਲੱਗਦਾ ਸੀ ਕਿ ਇਹ ਤਾਂ ਬਹੁਤ ਲੰਬਾ ਸਮਾਂ ਜਿਹੜਾ ਇਹ ਕਹਿ ਰਹੇ ਆ। ਇਸ ਤੋਂ ਪਹਿਲਾਂ ਹੀ ਸਰਕਾਰ ਇਹਨਾਂ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਇਹ ਜਿਹੜਾ ਮਸਲਾ ਹੱਲ ਕਰ ਲੇਗੀ, ਲੇਕਿਨ ਹੋਇਆ ਨਹੀਂ ਏਦਾਂ। ਉਹੀ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਸੀ ਕਿ ਅਸੀਂ 6 ਮਹੀਨਿਆਂ ਦੀ ਤਿਆਰੀ ਕਰਕੇ ਆਏ ਆ, ਅੱਜ 7 ਮਹੀਨੇ ਹੋ ਗਿਆ। ਔਰ ਤੁਹਾਡੀ ਗੱਲ ਬਿਲਕੁਲ ਠੀਕ ਆ, ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਇਸੇ ਕਰਕੇ ਇਹ ਸਾਰਾ ਜਿਹੜਾ ਕਿਸਾਨੀ ਅੰਦੋਲਨ ਆ, ਕਿਸਾਨ ਆਗੂ ਨੇ, ਕਿਸਾਨ ਨੇ, ਉਹ ਮਜਬੂਰ ਹੋ ਗਏ ਨੇ, ਬਾਰ-ਬਾਰ ਆਪਣੇ ਪ੍ਰੋਗਰਾਮ ਦਿੰਦੇ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਹੋ, ਚੰਡੀਗੜ੍ਹ ਪ੍ਰਸ਼ਾਸਨ ਡਰਿਆ ਹੋਇਆ। ਕਿਉਂ ਡਰਿਆ ਹੋਇਆ? ਇਹਦਾ ਕਾਰਨ ਆ ਮਨੋਹਰ ਲਾਲ ਖੱਟਰ ਦੇ 2 ਵਾਰੀ ਇਸ ਤਰ੍ਹਾਂ ਦੇ ਪ੍ਰੋਗਰਾਮ ਆ। ਇੱਕ ਹਿਸਾਰ ਦੇ ਵਿੱਚ, ਜੀਂਦ ਦੇ ਵਿੱਚ ਕਈ ਵਾਰੀ ਉਹਨਾਂ ਦਾ ਚੌਪਰ ਹੋਇਆ, ਜਾਂ ਈਵਨ ਦੁਸ਼ਯੰਤ ਚੌਟਾਲਾ ਜਿਹੜੇ ਉੱਥੇ ਦੇ ਡਿਪਟੀ CM ਆ, ਉਹਨਾਂ ਦਾ ਵੀ ਕਈ ਵਾਰੀ ਜਿਹੜਾ ਹੈਲੀਕਾਪਟਰ ਜਾਂ ਉਹਨਾਂ ਦਾ ਚੌਪਰ ਉੱਤਰ ਨਹੀਂ ਦਿੱਤਾ ਗਿਆ, ਕਿਉਂਕਿ ਕਿਸਾਨਾਂ ਦਾ ਵਿਰੋਧ ਬਹੁਤ ਸੀ, ਜਾਂ ਉਹ ਆਪ ਹੀ ਡਰ ਕੇ ਕਾਲੇ ਝੰਡੇ ਵੇਖ ਕੇ ਭੱਜ ਗਏ ਜਾਂ ਲੁੱਕ ਗਏ। ਉਸ ਮਨੋਹਰ ਲਾਲ ਖੱਟਰ ਹੁਣਾਂ ਦੇ ਜਿਹੜੇ ਮੁੱਖ ਮੰਤਰੀ ਆ, ਉਸ ਪ੍ਰੋਗਰਾਮ ਦੇ ਵਿੱਚ ਲਾਠੀ ਚਾਰਜ ਹੋਇਆ ਜੀ। ਉਸ ਤੋਂ ਬਾਅਦ ਕਿਸਾਨ ਫੜੇ ਗਏ, ਗੱਡੀਆਂ ਤੋੜੀਆਂ, ਲੇਕਿਨ ਉਸ ਵਿਰੋਧ ਤੋਂ ਬਾਅਦ ਕਿਸਾਨਾਂ ਨੇ ਧਰਨੇ ਲਾਏ, ਥਾਣਿਆਂ ਦੇ ਵਿੱਚ ਲਾ ਕੇ ਉਹਨਾਂ ਨੇ ਧਰਨੇ ਲਾਏ। ਉਸ ਤੋਂ ਬਾਅਦ ਉਹਨੂੰ ਛੱਡਣਾ ਪਿਆ, ਗੱਡੀਆਂ ਛੱਡਣੀਆਂ ਪਈਆਂ। ਕਹਿਣ ਦਾ ਮਤਲਬ ਆ ਅੱਜ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਇਸ ਕਰਕੇ ਡਰਿਆ ਹੋਇਆ, ਉਹਨਾਂ ਨੂੰ ਪਤਾ ਕਿ ਜਿਸ ਗਿਣਤੀ ਦੇ ਵਿੱਚ ਇਸ ਕਿਸਾਨੀ ਅੰਦੋਲਨ ਨੂੰ ਸਮਰਥਨ ਮਿਲ ਰਿਹਾ,
ਵੱਖਰੇ ਵੱਖਰੇ ਤਬਕੇ ਆ ਕੇ, ਵੱਖਰੇ ਵੱਖਰੇ ਜਿਹੜੇ ਮਾਸ਼ਰੇ ਲੋਕਾਂ ਦੇ ਆ, ਆਰਗੇਨਾਈਜੇਸ਼ਨ ਆ, ਉਹ ਆ ਕੇ ਇਹਨਾਂ ਨੂੰ ਸਮਰਥਨ ਦੇ ਰਹੇ ਆ। ਜੇ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਹੋ ਗਈ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ 'ਚ ਤੁਹਾਨੂੰ ਪਤਾ ਹੀ ਆ ਰੰਧਾਵਾ ਜੀ, ਕਿ ਮਟਕਾ ਚੌਂਕ ਤੱਕ ਹੀ ਲੋਕਾਂ ਨੂੰ ਜਾਣ ਦਿੱਤਾ ਜਾਂਦਾ, ਉਸ ਤੋਂ ਅੱਗੇ ਜਾਣ ਹੀ ਨਹੀਂ ਦਿੱਤਾ ਜਾਂਦਾ। ਜੇ ਕੋਈ ਵਿਧਾਨ ਸਭਾ ਸੈਕਟਰੀਏਟ ਜਾਂ ਕਿਤੇ ਉੱਥੇ ਜਾ ਕੇ ਆਪਣਾ ਮੰਗ ਪੱਤਰ ਲੈ ਕੇ ਵੀ ਜਾਂਦਾ ਤੇ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਜਾਂਦਾ। ਇੱਥੇ ਗੱਲ ਹੋ ਰਹੀ ਹੈ ਗਵਰਨਰ ਹਾਊਸ ਦੀ। ਗਵਰਨਰ ਹਾਊਸ ਤੱਕ ਤਾਂ ਉਹਨਾਂ ਨੇ ਚਿੜੀ ਨਹੀਂ ਫੜਕਣ ਦੇਣੀ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਜ਼ੋਰ ਵੱਧ ਰਿਹਾ ਕਿਸਾਨੀ ਦਾ, ਕਿਸਾਨੀ ਅੰਦੋਲਨ ਦਾ, ਉੱਥੋਂ ਉਹਨਾਂ ਨੂੰ ਇਹ ਡਰ ਲੱਗ ਰਿਹਾ। ਔਰ ਅੱਜ ਮੈਂ ਤੁਹਾਨੂੰ ਇਹਦੇ ਵਿੱਚ ਹੋਰ ਵੀ ਗੱਲ ਦੱਸਦਾ ਕਿ ਸ਼ਰਦ ਪਵਾਰ ਹੋਣਾ ਦਾ ਵੀ ਅੱਜ ਬਿਆਨ ਆਇਆ। ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਜਿਹੜੀਆਂ ਬੈਠਕਾਂ ਕੀਤੀਆਂ, ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਮਿਲ ਕੇ ਸ਼ਾਇਦ ਉਹ ਤੀਜੇ ਫਰੰਟ ਦੀ ਗੱਲ ਕਰ ਰਹੇ ਆ। ਉਹ ਕਹਿੰਦੇ ਮੈਂ ਤੀਜੇ ਫਰੰਟ ਦੀ ਨਹੀਂ ਸੀ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਸੀ ਕਿ ਕਿਸਾਨੀ ਅੰਦੋਲਨ ਨੂੰ ਅਸੀਂ ਕਿਸ ਤਰ੍ਹਾਂ ਹੋਰ ਮਜ਼ਬੂਤ ਕਰਨਾ, ਉਹਨੂੰ ਸਮਰਥਨ ਆਪਣਾ ਕਿਸ ਤਰ੍ਹਾਂ ਦੇਣਾ। ਸੋ ਇਹਨਾਂ ਸਾਰਿਆਂ ਦੇ ਬਾਵਜੂਦ, ਔਰ ਆਪਾਂ ਨੂੰ ਇਹ ਵੀ ਪਤਾ ਕਿ ਜਿੰਨੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਸਾਰੀਆਂ ਇਹਨਾਂ ਦੇ ਨਾਲ ਖੜੀਆਂ। ਔਰ ਜੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਤੁਸੀਂ ਗੱਲ ਕਰ ਲਓ, ਉਹਦੇ ਵਿੱਚ ਚਾਹੇ ਕਾਂਗਰਸ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਸਾਰੇ ਕਿਸਾਨੀ ਅੰਦੋਲਨ ਦੇ ਨਾਲ ਖੜੇ ਆ। ਇਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਜਿਹੜੀਆਂ ਨੀਂਦਾਂ ਉਹ ਉੱਡੀਆਂ ਹੋਈਆਂ। ਜੀ ਵੈਸੇ ਮਨਪ੍ਰੀਤ ਜੀ, ਮੈਂ ਜਦੋਂ ਦਿੱਲੀ ਨੂੰ ਦੇਖਦਾ ਹਾਂ ਤੇ ਉਹ 400 ਕਿਲੋਮੀਟਰ ਬਣਦੀ ਆ। ਦਿੱਲੀ ਕਹਿੰਦੇ ਦੂਰ ਹੈ। ਕਿਸਾਨਾਂ ਨੇ ਆਹ ਪਈ ਕਰਤੀ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ 'ਚ ਬਾਰਡਰਸ ਤੇ ਬੈਠੇ ਰਹੇ। ਔਰ ਉਹ ਭਰ ਸਿਆਲਾਂ 'ਚ ਕੜਾਕੇ ਦੀ ਠੰਡ 'ਚ, ਇਹ ਤਾਂ ਆਪਣੀ ਰਾਜਧਾਨੀ ਆ ਜਿਹੜੀ ਆਪਣੀ ਕਦੇ ਨਹੀਂ ਸੀ। ਇਹ ਉਸ ਰਾਜਧਾਨੀ ਤੇ ਤਾਂ ਏਦਾਂ ਮਾਰੋ ਮਾਰ ਚੜ ਜਾਣਗੇ ਜਿੱਦਾਂ ਬੰਦਾ ਪਿੰਡੋਂ ਚਾਦਰਾ ਝਾੜ ਕੇ ਤੁਰ ਪੈਂਦਾ ਮੋਢੇ ਪਰਨਾ ਰੱਖ ਕੇ। ਇਸੇ ਕਰਕੇ ਇਹ ਡਰ ਜਾਇਜ਼ ਨੇ। ਪਰ ਇਹ ਕਿਰਤੀ ਲੋਕ ਥੱਕਣ ਵਾਲੇ ਨਹੀਂ। ਇਹਨਾਂ ਨੂੰ ਥਕਾ ਕੇ ਘਰ ਨਹੀਂ ਬਿਠਾਇਆ ਜਾ ਸਕਦਾ। ਇਹ ਕੋਈ ਵਪਾਰੀ ਨਹੀਂ ਗੇ। ਇਹ ਅਣਖਾਂ ਦੀ, ਇਹ ਆਪਣੀ ਹੋਂਦ ਦੀ, ਨਸਲਾਂ ਦੀ ਲੜਾਈ ਲੜਨਗੇ। ਇਹ ਪਤਾ ਹੈ ਇਹਨਾਂ ਲੋਕਾਂ ਨੂੰ। ਔਰ ਅੱਜ ਉਸ ਤਰ੍ਹਾਂ ਦੇ ਮਾਹੌਲ ਚੋਂ ਨਿਕਲਣਾ ਪੈਣਾ ਇਹਨਾਂ ਨੂੰ। ਵੱਖਰੀ ਗੱਲ ਆ ਜੇ ਕਿਤੇ ਇਹ ਟਕਰਾਅ ਦੀ ਸਥਿਤੀ ਬਣਦੀ ਆ ਤਾਂ ਪ੍ਰਸ਼ਾਸਨ ਲਈ ਇਹ ਜੋਖਮ ਦਾ ਕੰਮ ਹੋਊਗਾ। ਲੇਕਿਨ ਉਮੀਦ ਕਰਦੇ ਆ ਕਿ ਇਹ ਠੀਕ ਤਰੀਕੇ ਨਾਲ ਨਿਭੇ। ਜਿਹੜਾ ਇਹ ਵਿਰੋਧ ਹੈ ਇਹ ਸਕਾਰਾਤਮਕ ਰਵੇ, ਇਹ ਸੰਕੇਤਕ ਰਵੇ, ਇਹ ਵਿਵਾਦਤ ਨਾ ਹੋਵੇ, ਕੰਟਰੋਵਰਸੀ ਨਾ ਬਣੇ, ਕਿਸੇ ਸਰਕਾਰ ਨੂੰ ਹੋਰ ਸਖਤੀ ਕਰਨ ਲਈ ਬਹਾਨਾ ਨਾ ਮਿਲੇ। ਲੇਕਿਨ ਮੈਂ ਇਸ ਤੋਂ ਅੱਗੇ ਚੱਲਦਾ। ਆਹ ਜਿਹੜੇ ਕਾਂਗਰਸੀਆਂ ਦਾ ਅੰਦਰਲਾ ਰੌਲਾ ਰੱਪਾ ਸੀ, ਇਹ ਦਿੱਲੀ ਦੇ ਵਿੱਚ ਹੁਣ ਵਾਹਵਾ ਵੱਧ ਗਿਆ। ਪਹਿਲਾਂ ਲੱਗਦਾ ਸੀਗਾ ਕਿ ਕਦੇ ਹਾਈ ਕਮਾਂਡ ਕੋਲ ਪੰਜਾਬ ਲਈ ਟਾਈਮ ਹੈ ਨਹੀਂ। ਕਦੇ ਇੰਜ ਲੱਗਦਾ ਸੀ ਕਿ ਇੱਕ ਵਾਰੀ ਸਰਕਾਰ ਬਣ ਗਈ ਫਿਰ ਮੁੜ ਕੇ ਕਿਸੇ ਨੇ ਪਰਤ ਕੇ ਦੇਖਣਾ ਨਹੀਂ, 5 ਸਾਲ ਬਾਅਦ ਫਿਰ ਜਾਣਗੇ, ਜੇ ਵਾਪਸ ਆ ਗਏ ਠੀਕ ਆ, ਨਹੀਂ ਤਾਂ 5 ਸਾਲ ਦੀ ਵੇਟ ਕਰ ਲੈਣਗੇ। ਕਿਉਂਕਿ ਪੰਜਾਬ 'ਚ ਉੱਤਰ ਕਾਟੋ ਮੈਚੜਾਂ ਦੀ ਰਾਜਨੀਤੀ ਹੈ। ਲੇਕਿਨ ਦੂਜੇ ਬੰਨਿਓ ਜਿੱਦਾਂ ਲਾਲ ਸਿੰਘ ਨੂੰ ਸੁਣਿਆ ਗਿਆ, ਇੱਕ ਤੋਂ ਵੱਧ ਵਾਰੀ ਸੁਣਿਆ ਗਿਆ, ਬਾਰ-ਬਾਰ ਸੁਣਿਆ ਗਿਆ, ਇਹ ਉਹਨਾਂ ਤਬਕਿਆਂ ਦੀ ਰਾਜਨੀਤੀ 'ਚ ਲਿਆਂਦੀ ਜਾ ਰਹੀ ਹੈ ਪੰਜਾਬ ਦੀ ਕਾਂਗਰਸੀ ਸਿਆਸਤ ਕਿ ਜੇਕਰ ਮੰਨ ਲਓ ਲਾਲ ਸਿੰਘ ਨੂੰ ਜਿਵੇਂ ਐਜ਼ ਅ ਪ੍ਰੈਜ਼ੀਡੈਂਟ ਪ੍ਰਦੇਸ਼ ਪ੍ਰਧਾਨ ਵਜੋਂ ਪ੍ਰੋਜੈਕਟ ਕਰਨਾ ਹੋਵੇ, ਇੰਜ ਲੱਗਦਾ ਪਿਆ। ਇਹਦੇ ਨਾਲ ਇੱਕ ਹੋਰ ਫਾਰਮੂਲਾ ਇੱਕ ਅਖਬਾਰ ਤੋਂ ਮੈਂ ਦੇਖਦਾ ਸੀ ਕਿ ਇਹ ਹੋ ਸਕਦਾ ਕਿ 2 ਤੋਂ ਵੱਧ ਪ੍ਰਧਾਨ ਜਾਂ 2 ਪ੍ਰਧਾਨ, ਇੱਕ ਹਿੰਦੂ ਔਰ ਇੱਕ ਹੋਰ ਨਾਲ ਲਾਤਾ ਜਾਵੇ। ਲੇਕਿਨ ਮੈਂ ਇਹ ਸਮਝਦਾ ਹੈ ਕਿ ਜਿਹੜੀ ਰਾਹੁਲ ਗਾਂਧੀ ਵੱਲੋਂ ਇੱਕ ਨੂੰ ਬੁਲਾ ਕੇ ਕੀਤੀ ਜਾ ਰਹੀ ਰਾਜਨੀਤੀ ਹੈ ਔਰ ਮੰਤਰੀਆਂ ਦੇ ਬਦਲਾਅ, ਮੰਤਰੀ ਮੰਡਲ ਦੇ ਵਿੱਚ ਵੱਡਾ ਬਦਲਾਅ ਤੇ ਮਹਿਕਮਿਆਂ 'ਚ ਟੋਟਲ ਰੱਦੋ ਬਦਲ, ਇਹ ਸਾਰੇ ਪ੍ਰੋਗਰਾਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦਾ ਮਤਲਬ ਪੰਜਾਬ ਦੇ ਵਿੱਚ ਇੱਥੋਂ ਦੀ ਸਰਕਾਰ ਔਰ ਇੱਥੋਂ ਦੇ ਕਾਂਗਰਸੀ ਸੰਗਠਨ 'ਚ ਪੂਰਾ ਫੇਰ ਬਦਲ ਹੋਊਗਾ ਅਗਲੇ 10 ਦਿਨਾਂ 'ਚ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੇ ਅਖੀਰ ਤੱਕ? ਕੀ ਕਹਿੰਦੇ ਹੋ? ਰੰਧਾਵਾ ਜੀ ਦੇਖੋ, ਜੇ ਇਹੀ ਕਵਾਇਦ ਜਾਂ ਇਹੀ ਐਕਸਰਸਾਈਜ਼ ਅੱਜ ਤੋਂ 1.5 ਸਾਲ ਪਹਿਲਾਂ, 2 ਸਾਲ ਪਹਿਲਾਂ ਹੋਈ ਹੁੰਦੀ, ਆਮ ਤੌਰ ਤੇ ਜਦੋਂ ਸਰਕਾਰਾਂ ਚੱਲਦੀਆਂ ਨੇ ਆਪਣੇ 5 ਸਾਲ ਦੌਰਾਨ ਲਗਭਗ ਅੱਧੇ ਸਮੇਂ ਦੇ ਬਾਅਦ ਕੈਬਨਿਟ ਰੀਸ਼ਫਲ ਹੁੰਦਾ ਆਮ ਤੌਰ ਤੇ, ਨਵੇਂ ਮਹਿਕਮੇ ਮਿਲਦੇ ਨੇ, ਤੇ ਉਸ ਟਾਈਮ ਇਹ ਵਿਚਾਰਿਆ ਵੀ ਜਾਂਦਾ ਕਿ ਕੀ ਜਿਹੜੇ ਅਸੀਂ ਵਾਅਦੇ ਕੀਤੇ ਸੀ ਜਨਤਾ ਨਾਲ ਉਹ ਪੂਰੇ ਹੋਏ ਨੇ ਜਾਂ ਨਹੀਂ ਹੋਏ। ਸੋ ਮੈਂ ਇਹੀ ਕਾਰਨ ਕਹਿ ਰਿਹਾ ਕਿ ਸਮਾਂ ਬਹੁਤ ਘੱਟ ਆ। 18 ਨੁਕਾਤੀ ਪ੍ਰੋਗਰਾਮ ਵੀ ਲਾਗੂ ਕਰਨਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਜਿਸ ਤਰ੍ਹਾਂ ਦਾ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਜਿਹੜਾ ਹੁਕਮ ਹੋਇਆ। ਦੂਸਰੀ ਗੱਲ ਆ, ਜਿਸ ਤਰ੍ਹਾਂ ਤੁਸੀਂ ਰਾਹੁਲ ਗਾਂਧੀ ਦੀ ਗੱਲ ਕਰ ਰਹੇ ਹੋ, ਉਹ ਵੱਖਰੇ ਵੱਖਰੇ ਲੀਡਰਸ ਨੂੰ ਮਿਲ ਰਹੇ, ਔਰ ਖਾਸ ਤੌਰ ਤੇ ਜਿਹੜੀ ਆਪਣੀ ਗੱਲ ਆ ਉਹ ਲਾਲ ਸਿੰਘ ਹੋਣਾ ਬਾਰੇ ਹੋ ਰਹੀ ਆ। ਉਹ OBC ਦੇ ਬੜੇ ਵੱਡੇ ਲੀਡਰ ਪੰਜਾਬ ਦੇ ਵਿੱਚ ਮੰਨੇ ਜਾਂਦੇ ਨੇ। ਔਰ ਜਿਹੜੀ ਤੁਸੀਂ ਪ੍ਰਧਾਨਗੀ ਦੀ ਗੱਲ ਕਰਦੇ ਹੋ, ਪਹਿਲਾਂ ਵੀ ਲਾਲ ਸਿੰਘ ਹੋਣੀ ਪ੍ਰਧਾਨਗੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਰ ਚੁੱਕੇ ਆ। ਹਾਲਾਂਕਿ ਉਸ ਟਾਈਮ ਇਹ ਐਕਟਿੰਗ ਚੀਫ ਹੁੰਦੇ ਸੀ। ਹੁਣ ਆਪਾਂ ਆਈਏ ਕਿ ਇਹਨਾਂ ਦੀ ਰਾਜਨੀਤੀ ਕੀ ਆ। ਇਸ ਟਾਈਮ ਤੁਸੀਂ ਦੇਖੋ, ਸਨ 2017 ਦੇ ਵਿੱਚ
ਜਦੋਂ ਚੋਣਾਂ ਹੁੰਦੀਆਂ ਤੇ ਇਹਨਾਂ ਜੀ ਨੂੰ ਟਿਕਟ ਮਿਲਣੀ ਸੀ, ਲੇਕਿਨ ਉਦੋਂ ਇੱਕ ਇਹਨਾਂ ਨੇ ਫਾਰਮੂਲਾ ਕੱਢਿਆ ਸੀ ਕਿ ਪਰਿਵਾਰ 'ਚ ਇੱਕ ਹੀ ਵਿਅਕਤੀ ਨੂੰ ਟਿਕਟ ਦੇਣੀ ਹੈ। ਤਾਂ ਫਿਰ ਇਹਨਾਂ ਦੇ ਜਿਹੜੇ ਮੁੰਡੇ ਸੀਗੇ ਰਜਿੰਦਰ ਸਿੰਘ, ਉਹ ਸਮਾਣਾ ਤੋਂ ਲੜੇ ਸੀ ਤੇ ਉਹ ਜਿੱਤੇ ਸੀ। ਇਸ ਤੋਂ ਬਾਅਦ ਇਹਨਾਂ ਨੂੰ ਅੱਜ ਜਿਹੜਾ ਲਾਲ ਸਿੰਘ ਹੁਣਾਂ ਨੂੰ ਫਿਰ ਬਾਅਦ 'ਚ ਮੰਡੀ ਬੋਰਡ ਦਾ ਚੇਅਰਮੈਨ ਲਾ ਕੇ ਇਹਨਾਂ ਨੂੰ ਐਡਜਸਟ ਕੀਤਾ ਗਿਆ। ਲਾਲ ਸਿੰਘ ਨੂੰ ਬੁਲਾ ਕੇ ਗੱਲਬਾਤ ਕਰਨ ਦਾ ਮਤਲਬ ਇਹ ਆ, ਲਾਲ ਸਿੰਘ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਮੰਨੇ ਜਾਂਦੇ ਨੇ, ਨੇੜ ਦੇ ਬੰਦੇ ਮੰਨੇ ਜਾਂਦੇ ਨੇ। ਜੇ ਉਹਨਾਂ ਨਾਲ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਰਾਹੁਲ ਗਾਂਧੀ ਵੱਲੋਂ, ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਕਿਤੇ ਨਾ ਕਿਤੇ ਹਜੇ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਉਹਨਾਂ ਨੇ ਅੱਖੋਂ ਪਰੋਲੇ ਨਹੀਂ ਕੀਤਾ, ਉਹਨਾਂ ਨੂੰ ਕਿਸੇ ਤਰ੍ਹਾਂ ਇਗਨੋਰ ਨਹੀਂ ਕੀਤਾ। ਅੱਜ ਵੀ ਉਹਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਰਾਜਨੀਤਿਕ ਹੈ, ਜਿਹੜੀ ਉਹਨਾਂ ਦੀ ਰਾਜਨੀਤਿਕ ਇੰਪੋਰਟੈਂਸ ਆ, ਜਿਹੜੀ ਉਹਨਾਂ ਦੀ ਪੋਲੀਟੀਕਲ ਇੰਪੋਰਟੈਂਸ ਆ, ਅੱਜ ਵੀ ਉਹ ਬਰਕਰਾਰ ਹੈ। ਇਸੇ ਤਰ੍ਹਾਂ ਲਾਲ ਸਿੰਘ ਤੋਂ ਇਲਾਵਾ ਤੁਸੀਂ ਦੇਖੋ ਸ਼ਮਸ਼ੇਰ ਸਿੰਘ ਦੁੱਲੋ ਆ, ਜਿਹੜੇ ਦਲਿਤਾਂ ਦੇ ਜਿਨ੍ਹਾਂ ਨੂੰ ਲੀਡਰ ਮੰਨਿਆ ਜਾਂਦਾ, ਤੇ ਉਹ ਵੀ ਕਿਸੇ ਟਾਈਮ ਪ੍ਰਧਾਨ ਰਹੇ ਆ। ਇਸੇ ਤਰ੍ਹਾਂ ਚਾਹੇ ਰਾਣਾ ਗੁਰਜੀਤ ਸਿੰਘ ਹੋਣ ਜੀ ਜਾਂ ਵਿਜੇਂਦਰ ਸਿੰਗਲਾ ਹੋਣ, ਯਾਨੀ ਕਿ ਬੇਸਿਕਲੀ ਫੋਕਸ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਖਾਸ ਤੌਰ ਤੇ ਟਕਸਾਲੀ ਕਾਂਗਰਸੀ ਨੇ, ਜਿਹੜੇ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਨਾਰਾਜ਼ ਨਾ ਕੀਤਾ ਜਾਵੇ। ਤੇ ਇਹ ਗੱਲ ਇਹਨਾਂ ਨੇ ਆਪਣੀ ਜਦੋਂ ਵਾਰਤਾਲਾਪ ਹੁੰਦੀ ਆ ਜਾਂ ਇਹਨਾਂ ਦਾ ਵਿਚਾਰ ਵਟਾਂਦਰਾ ਜਦੋਂ ਰਾਹੁਲ ਗਾਂਧੀ ਦੇ ਨਾਲ ਹੁੰਦਾ, ਉਹਦੇ ਵਿੱਚ ਇਹ ਕਨਵੇ ਵੀ ਕਰਦੇ ਨੇ ਕਿ ਆਪਣੇ ਤੋਂ ਕਿਤੇ ਨਾ ਕਿਤੇ ਜਿਹੜੇ OBC ਤਬਕੇ ਆ ਜਾਂ ਜਿਹੜੇ ਦਲਿਤ ਭਾਈਚਾਰੇ ਆ ਜਾਂ ਈਵਨ ਕਿ ਜਿਹੜੇ ਹਿੰਦੂ ਤਬਕੇ ਆ, ਉਹ ਸਾਡੇ ਤੋਂ ਕਿਸੇ ਨਾ ਕਿਸੇ ਕਰਕੇ ਦੂਰ ਹੋ ਗਏ ਆ, ਸਾਡੇ ਤੋਂ ਕਿਸੇ ਕਾਰਨ ਇਗਨੋਰ ਹੋਏ ਆ, ਤੇ ਉਹਨਾਂ ਨੂੰ ਦੁਬਾਰਾ ਸਾਡੇ ਨਾਲ ਜੋੜਨ ਦੀ ਬਹੁਤ ਜ਼ਿਆਦਾ ਲੋੜ ਆ। ਇਸੇ ਕਰਕੇ ਇਹਨਾਂ ਸਾਰਿਆਂ ਦਾ ਵਾਰੀ-ਵਾਰੀ ਬੁਲਾਉਣਾ ਰਾਹੁਲ ਗਾਂਧੀ ਨੂੰ, ਕਿਉਂਕਿ ਰਾਹੁਲ ਗਾਂਧੀ ਵੀ ਜਾਂ ਹਾਈ ਕਮਾਂਡ ਵੀ ਇਹ ਗੱਲ ਮੰਨਦੀ ਹੈ ਕਿ ਕਿਸੇ ਇੱਕ ਘੋੜੇ ਤੇ ਜੇ ਅਸੀਂ ਦਾ ਲਾਤਾ ਤੇ ਉਹ ਸਾਡੇ ਲਈ ਮਹਿੰਗਾ ਪੈ ਸਕਦਾ। ਸਾਰਿਆਂ ਦੀ ਰਾਏ ਤੇ ਸਾਰਿਆਂ ਦੇ ਵਿਚਾਰ ਲੈਣੇ ਬਹੁਤ ਜ਼ਰੂਰੀ ਹੈ। ਜੀ ਮਨਪ੍ਰੀਤ ਜੀ, ਵੈਸੇ ਮੈਂ ਦੋਸਤੋ ਤੁਹਾਡੇ ਨਾਲ ਸਿੱਧਾ ਮੁਖਾਤਬ ਹੋਣਾ ਚਾਹੁੰਦਾ ਹੈ। ਕਈ ਵਾਰੀ ਅਸੀਂ ਭਾਵਨਾਤਮਕ ਵੇਗ ਦੇ ਵਿੱਚ ਬਹਿ ਜਾਂਦੇ ਹਾਂ ਔਰ ਸਾਡਾ ਏਜੰਡਾ ਹੁੰਦਾ ਹੈ ਕਿ ਅਸੀਂ ਨਿੱਜੀ ਰਾਏ ਨੂੰ ਤੁਹਾਡੇ ਤੇ ਥੋਪ ਦਈਏ, ਔਰ ਤੁਸੀਂ ਵੀ ਕਈ ਵਾਰੀ ਜਦੋਂ ਇਹ ਸਾਨੂੰ ਦੇਖ ਕੇ ਸੋਚਦੇ ਹੋ ਤਾਂ ਸਾਡੇ ਤੋਂ ਉਮੀਦ ਕਰਦੇ ਹੋ ਕਿ ਅਸੀਂ ਹਵਾ ਦੇ ਵੇਗ ਨਾਲ ਵਗੀਏ। ਸਵਾਲ ਇਹ ਨਹੀਂਗਾ, ਨਵਜੋਤ ਸਿੰਘ ਸਿੱਧੂ ਦੇ ਮੁੱਦੇ ਤੇ ਸਿੱਧੂ ਦੀ ਰਾਜਨੀਤੀ ਜਿਹੜੀ ਵਿਰੋਧ ਦੀ ਬਾਗੀਆਨਾ ਹੈਗੀ ਆ, ਉਹ ਸਾਡੀ ਸਾਰਿਆਂ ਦੀ ਰਾਜਨੀਤੀ ਆ ਕਿ ਅਸੀਂ ਵਿਰੋਧ ਵੀ ਕਰਦੇ ਹਾਂ ਤੇ ਵਿਰੋਧ ਦੇ ਹੱਕ 'ਚ ਵੀ ਖੜਦੇ ਹਾਂ, ਔਰ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਵੀ ਖੜਦੇ ਹਾਂ। ਲੇਕਿਨ ਸਵਾਲ ਇਹ ਆ ਕਿ ਗਰਾਊਂਡ ਦੇ ਉੱਤੇ ਕੀ ਵਾਪਰਦਾ ਹੈ, ਉਹ ਸਾਡੀ ਪਹਿਲੀ ਪ੍ਰਾਥਮਿਕਤਾ ਤਰਜੀਹ ਹੋਣੀ ਚਾਹੀਦੀ ਆ। ਕਈ ਵਾਰੀ ਇੰਜ ਹੁੰਦਾ ਹੈ ਕਿ ਜੋ ਨਜ਼ਰ ਆ ਰਿਹਾ ਹੁੰਦਾ, ਨਵਜੋਤ ਸਿੰਘ ਸਿੱਧੂ ਦੇ ਮੁੱਦੇ ਜਾਇਜ਼ ਨੇ, ਉਹਨਾਂ ਨੂੰ ਉਠਾਉਣ ਦਾ ਜੋਸ਼ੀਲਾ ਤਰੀਕਾ ਵੀ ਠੀਕ ਆ, ਲੇਕਿਨ ਜਿਹੜੇ ਪਲੇਟਫਾਰਮ ਤੋਂ ਉਠਾ ਰਹੇ ਨੇ ਸ਼ਾਇਦ ਉਹ ਪਲੇਟਫਾਰਮ ਨਵਜੋਤ ਸਿੰਘ ਸਿੱਧੂ ਦਾ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੂੰ ਉਡੀਕ ਕਰਨੀ ਪਊਗੀ ਆਪਣੀ ਮਿਹਨਤ ਕਰਕੇ 2022 ਦੀ ਇਲੈਕਸ਼ਨ 'ਚ ਉਹ ਕਿਸੇ ਧਿਰ ਵੱਲੋਂ ਆਪਣੇ ਮੋਢਿਆਂ ਤੇ ਭਾਰ ਚੁੱਕ ਕੇ ਆਉਣ, ਜਾਂ ਉਹ ਆਪਣੀ ਕੋਈ ਲੜਾਈ ਲੜਨ ਤਾਂ ਕਿ ਪੰਜਾਬ ਦਾ ਕੁਝ ਸਵਾਰ ਸਕਣ। ਇਹ ਵੱਡਾ ਸਵਾਲ ਆ ਕਿ ਜੇ ਸਿੱਧੂ ਨੇ ਪੰਜਾਬ ਲਈ ਆਪਣਾ ਏਜੰਡਾ ਤੈਅ ਕਰਨਾ ਹੈ ਤਾਂ ਸੰਗਠਨ ਵੀ ਆਪਣਾ ਹੋਵੇ, ਜਾਂ ਸਾਰੀ ਦੀ ਸਾਰੀ ਸਰਕਾਰ ਉਹ ਲੈ ਕੇ ਆਉਣ। ਲੇਕਿਨ ਕਾਂਗਰਸ ਦਾ ਕਲਚਰ ਉਹੀ ਸ਼ੋਅ ਕਰ ਰਿਹਾ ਜਿਹੜਾ ਉਹ ਇਤਿਹਾਸਕ ਤੌਰ ਤੇ ਪਿਛਲੇ 50 ਸਾਲਾਂ ਤੋਂ ਕਰਦਾ ਆ ਰਿਹਾ। ਉਹ ਰਾਜਨੀਤੀ ਹੈ ਜਿਹੜੀ ਰਵਾਇਤੀ ਰਾਜਨੀਤੀ ਆ, ਉਹਦੇ ਵਿੱਚ ਸ਼ਾਇਦ ਸਿੱਧੂ ਨੂੰ ਫਾਰ ਦਾ ਟਾਈਮ ਬੀਇੰਗ ਥੋੜੀ ਇੰਪੋਰਟੈਂਸ ਮਿਲ ਸਕਦੀ ਆ, ਲੇਕਿਨ ਲੰਬੇ ਸਮੇਂ ਲਈ ਉਹੀ ਹੋਣਾ ਜੋ ਉਹਨਾਂ ਨੂੰ ਵਾਰਾ ਖਾਂਦਾ ਹੈ। ਇਹ ਜਿਹੜੀ ਅੰਦਰ ਦੀ ਸਿਆਸਤ ਆ ਮਨਪ੍ਰੀਤ ਜੀ, ਸੋਨੀਆ ਰਾਹੁਲ, ਉਹਦੇ ਵਿੱਚ ਇਸ ਵੇਲੇ ਸੋਨੀਆ ਗਾਂਧੀ ਵਾਲਾ ਜਿਹੜਾ ਪੁਰਾਣਾ ਕੈਂਪ ਆ ਉਹ ਲੱਗਦਾ ਹੈ ਕਿ ਡੋਮੀਨੇਟ ਕਰ ਰਿਹਾ। ਨਵਜੋਤ ਸਿੰਘ ਸਿੱਧੂ ਬੇਸ਼ੱਕ ਚੁੱਪ ਨੇ, ਲੇਕਿਨ ਫੈਸਲੇ ਵੇਲੇ ਉਹ ਫੈਸਲੇ ਨੂੰ ਪ੍ਰਵਾਨ ਕਰਦੇ ਵੀ ਕਿ ਨਹੀਂ। ਜੇ ਮੰਨ ਲਓ ਸਿੱਧੂ ਨੂੰ ਛੱਡ ਕੇ ਕੋਈ ਹੋਰ ਕੈਪਟਨ ਦਾ ਵਫਾਦਾਰ ਪ੍ਰਧਾਨ ਲਾਤਾ ਜਾਂਦਾ ਤਾਂ ਕੀ ਉਹ ਸਿੱਧੂ ਦੇ ਸੰਗੋਂ ਉਤਰੂਗਾ? ਕੀ ਸਿੱਧੂ ਨੂੰ ਇਸ ਭਰੋਸੇ ਨਾਲ ਅੱਗੇ ਵਧਾ ਸਕਦੀ ਹੈ ਕਾਂਗਰਸ ਹਾਈ ਕਮਾਂਡ ਕਿ ਤੈਨੂੰ ਅਗਲੀ ਵਾਰ ਮੁੱਖ ਮੰਤਰੀ ਬਣਾਵਾਂਗੇ ਜੇ ਰਿਪੀਟ ਹੋ ਗਏ? ਕੀ ਸਿੱਧੂ ਇਸ ਭਰੋਸੇ ਮੰਨ ਜਾਣਗੇ? ਕਿਉਂਕਿ ਇਹ 2017 ਤੋਂ ਪਹਿਲਾਂ ਡਿਪਟੀ CM ਲਾਉਣ ਦਾ ਭਰੋਸਾ ਵੀ ਵਫਾ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਕਿ ਇਹ ਵਾਅਦੇ ਵਫਾ ਹੋਣ ਦੀ ਕਵਾਇਦ ਅੱਗੇ ਜਾ ਕੇ ਕੋਈ ਪੋਜ਼ਿਟਿਵਿਟੀ ਦਿਖਾਊਗੀ? ਰੰਧਾਵਾ ਜੀ, ਇਸ ਤੋਂ ਪਹਿਲਾਂ ਕਿ ਮੈਂ ਇਸ ਤੁਹਾਡੀ ਸਾਰੀ ਗੱਲ ਦਾ ਜਵਾਬ ਦੇਵਾਂ, ਇੱਕ ਤੁਹਾਨੂੰ ਮੈਂ ਦੱਸਦਾ ਕਿ ਮੈਂ ਜਦੋਂ ਮੀਟਿੰਗਾਂ ਦੀ ਗੱਲ ਕਰ ਰਿਹਾ ਸੀ ਉਹਦੇ ਵਿੱਚ ਮੈਂ ਇੱਕ ਨਾਂ ਹੋਰ ਜੋੜਨਾ ਚਾਹੁੰਦਾ। ਉਹ ਹਨ ਪੋਲੀਟੀਕਲ ਸੈਕਟਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਪਟਨ ਸੰਦੀਪ ਸੰਧੂ। ਉਹਨਾਂ ਨਾਲ ਵੀ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੀ ਰਾਏ ਜਾਣਨਾ ਚਾਹੁੰਦੇ ਆ। ਅੱਗੇ ਵਧਦੇ ਆਪਾਂ।
ਤੁਸੀਂ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ, ਦੇਖੋ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ, ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਸੌਫਟ ਕਾਰਨਰ ਇਸ ਕਰਕੇ ਹੋ ਸਕਦਾ ਨਵਜੋਤ ਸਿੰਘ ਸਿੱਧੂ ਬਾਰੇ, ਕਿਉਂਕਿ ਇੱਕ ਤਰ੍ਹਾਂ ਦੀ ਉਹ ਇਕੱਲੇ ਪੰਜਾਬ ਤੱਕ ਸੀਮਿਤ ਨਹੀਂ ਹੈ, ਇੰਟਰਨੈਸ਼ਨਲ ਖਿਲਾੜੀ ਰਹੇ ਨੇ, ਕਈ ਤਰ੍ਹਾਂ ਦੇ ਉਹਨਾਂ ਨੇ ਰੋਲ ਨਿਭਾਏ ਨੇ, ਕਮੈਂਟੇਟਰ ਰਹੇ ਨੇ, ਦੁਨੀਆ ਉਹਨਾਂ ਨੂੰ ਜਾਣਦੀ ਹੈ। ਤੇ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਜਦੋਂ ਉਸ ਵਿੱਚ ਸੀ, ਤੇ ਉਹਨਾਂ ਦਾ ਅਕਸਰ ਜਿਹੜਾ ਇਸਤੇਮਾਲ ਸੀ ਉਹ ਨੈਸ਼ਨਲ ਲੈਵਲ ਤੇ ਕਰਦੇ ਸੀ, ਜਿੱਥੇ ਵੀ ਜਾਂਦੇ ਸੀ ਵਕਤਾ ਉਹ ਬਹੁਤ ਵਧੀਆ ਓਰੇਟਰ, ਬਹੁਤ ਵਧੀਆ ਬੋਲਦੇ ਨੇ, ਲੋਕਾਂ ਨੂੰ ਇੱਕ ਤਰ੍ਹਾਂ ਦਾ ਕੀਲ ਵੀ ਲੈਂਦੇ ਨੇ। ਲੇਕਿਨ ਗੱਲ ਆ ਹੁਣ ਪੰਜਾਬ ਰਾਜਨੀਤੀ ਦੀ। ਦੇਖੋ ਪੰਜਾਬ ਰਾਜਨੀਤੀ 'ਚ ਰਾਹੁਲ ਗਾਂਧੀ ਦਾ, ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੇ ਪੁਰਾਣੇ ਆ, ਜਿਹੜੇ ਟਕਸਾਲੀ ਕਾਂਗਰਸੀ ਨੇ ਨੈਸ਼ਨਲ ਲੈਵਲ ਤੇ, ਕਿਤੇ ਨਾ ਕਿਤੇ ਉਹ ਹੁਣ ਦੁਬਾਰਾ ਹਾਵੀ ਹੁੰਦੇ ਲੱਗਦੇ ਨੇ। ਇਹਦਾ ਕਾਰਨ ਤੁਸੀਂ ਰਾਜਸਥਾਨ 'ਚ ਸਚਿਨ ਪਾਇਲਟ ਨੂੰ ਦੇਖ ਲਓ, ਜੀ ਉਹ ਇਸ ਟਾਈਮ ਵਿਰੋਧ 'ਚ ਖੜੇ ਨੇ ਅਸ਼ੋਕ ਗਹਿਲੋਤ ਹੋਣਾ ਦੇ। ਤੁਸੀਂ ਜੋਤੀਰਾਦਿੱਤਿਆ ਸਿੰਧੀਆ ਜਿਹੜੇ ਮੱਧ ਪ੍ਰਦੇਸ਼ ਦੇ ਸੀਗੇ, ਉਹ ਬੀਜੇਪੀ 'ਚ ਚਲੇ ਗਏ ਨੇ। ਇਸੇ ਤਰ੍ਹਾਂ ਤੁਸੀਂ ਦੇਖੋ ਜਿਤਨ ਪ੍ਰਸਾਦ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਯੂਪੀ ਸੀ, ਉਹ ਬੀਜੇਪੀ 'ਚ ਚਲੇ ਗਏ ਨੇ। ਯਾਨੀ ਰਾਹੁਲ ਗਾਂਧੀ ਦੇ ਜਿਹੜੇ ਬਹੁਤ ਨਜ਼ਦੀਕੀ ਰਹੇ ਆ, ਜਿਨ੍ਹਾਂ ਨੂੰ ਅਸੀਂ ਯੰਗ ਬਲੱਡ ਕਹਿੰਦੇ ਸੀ ਕਿ ਇਹਨਾਂ ਨੂੰ ਅੱਗੇ ਲੈ ਕੇ ਆਓ, ਉਹ ਕਿਤੇ ਨਾ ਕਿਤੇ ਇਸ ਟਾਈਮ ਉਹਨਾਂ ਦੇ ਵਿਰੋਧ 'ਚ ਹੀ ਖੜ ਗਏ ਆ। ਇਸ ਗੱਲ ਦਾ ਜਿਹੜਾ ਹੈਗਾ ਇਲਮ ਆ, ਉਹ ਸਾਰੀ ਹਾਈਕਮਾਂਡ ਨੂੰ ਵੀ ਆ ਕਿ ਜਿਨ੍ਹਾਂ ਤੇ ਤੁਸੀਂ ਇਹ ਭਰੋਸਾ ਕਰਦੇ ਸੀ ਕਿ ਇਹ ਯੰਗ ਬਲੱਡ ਆ, ਨੌਜਵਾਨ ਨੇ, ਇਹ ਪਾਰਟੀ ਨੂੰ ਸੇਧ ਦੇਣਗੇ, ਉਹ ਤਾਂ ਭੱਜਦੇ ਜਾ ਰਹੇ ਨੇ। ਗੱਲ ਖੈਰ ਇੰਨੀ ਨਹੀਂ ਆ। ਵੈਸੇ ਤਾਂ ਕਾਂਗਰਸ ਦੇ ਵਿੱਚ ਇੱਕ ਗਰੁੱਪ 23 ਵੀ ਆ, ਤੁਹਾਨੂੰ ਉਹਦੇ ਬਾਰੇ ਵੀ ਪਤਾ, ਉਹ ਪੁਰਾਣੇ ਕਾਂਗਰਸੀ ਨੇ। ਕਪਿਲ ਸਿੱਬਲ ਤੋਂ ਲੈ ਕੇ, ਆਨੰਦ ਸ਼ਰਮਾ ਤੋਂ ਲੈ ਕੇ, ਗੁਲਾਮ ਨਬੀ ਆਜ਼ਾਦ ਤੋਂ ਲੈ ਕੇ, ਬਗਾਵਤ ਉਹਨਾਂ ਨੇ ਵੀ ਕੀਤੀ ਹੋਈ ਆ। ਪੰਜਾਬ ਦੇ ਪਰ ਵਿੱਚ ਮਨੀਸ਼ ਤਿਵਾੜੀ ਚਿਹਰਾ ਨੇ ਉਹਨਾਂ ਦਾ। ਹਾਂ, ਮਨੀਸ਼ ਤਿਵਾੜੀ ਉਹਨਾਂ ਦੇ ਚਿਹਰੇ, ਬਿਲਕੁਲ ਠੀਕ ਤੁਹਾਡੀ ਗੱਲ ਆ। ਸੋ ਕਹਿਣ ਦਾ ਮਤਲਬ ਆ ਕਿ ਚਾਹੇ ਯੰਗ ਹੋਣ ਤੇ ਚਾਹੇ 올ਡ ਹੋਣ, ਇਹ ਕਿਤੇ ਨਾ ਕਿਤੇ ਕਾਂਗਰਸ ਤੋਂ ਖਿਲਰੇ ਹੋਏ ਨਾ। ਦੂਸਰੀ ਗੱਲ, ਰੰਧਾਵਾ ਜੀ, ਤੁਸੀਂ ਬੜੀ ਬਖੂਬੀ ਜਾਣਦੇ ਹੋਵੋਗੇ, ਔਰ ਸਾਡੇ ਜਿਹੜੇ ਸੁਣਨ ਵਾਲੇ ਸਾਡੇ ਦਰਸ਼ਕ ਆ ਜਾਂ ਸਾਨੂੰ ਦੇਖਣ ਵਾਲੇ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜਿਹੜੀ ਸੱਤਾ ਉਹ ਹਰ ਪਾਰਟੀ ਨੂੰ ਜੋੜਦੀ ਆ। ਕੋਈ ਵੀ ਪਾਰਟੀ ਜਦੋਂ ਸੱਤਾ 'ਚ ਬਾਹਰ ਹੁੰਦੀ ਆ, ਆਮ ਤੌਰ ਤੇ ਉਹ ਖਿਲਰ ਜਾਂਦੀ ਆ। ਜਿੱਦਾਂ ਹੀ ਸੱਤਾ 'ਚ ਆਉਂਦੀ ਆ, ਉਹ ਸਾਰੇ ਜਿਹੜੇ ਬਾਹਰ ਗਏ ਹੁੰਦੇ ਆ, ਉਹ ਵਾਪਸ ਆ ਕੇ ਪਾਰਟੀ ਨਾਲ ਜੁੜ ਜਾਂਦੇ ਆ। ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਲੈ ਕੇ ਆਂਦਾ ਗਿਆ ਸੀ, ਹੋ ਸਕਦਾ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਵਾਅਦੇ ਕੀਤੇ ਹੋਣ, ਲੇਕਿਨ ਪਾਰਟੀ ਦੀਆਂ ਜਦੋਂ ਲੰਬੇ ਸਮੇਂ ਲਈ ਤਿਆਰੀਆਂ ਹੁੰਦੀਆਂ ਨੇ ਤੇ ਉਹਨਾਂ ਦੀਆਂ ਕਈ ਤਰ੍ਹਾਂ ਦੇ ਆਪਣੇ ਪ੍ਰੋਗਰਾਮ ਹੁੰਦੇ ਨੇ, ਉਸ ਤਰ੍ਹਾਂ ਦੇ ਉਹਨਾਂ ਦਾ ਭਵਿੱਖ ਜਿਹੜਾ ਉਸ ਹਿਸਾਬ ਨਾਲ ਉਹਨਾਂ ਨੇ ਸਾਧਣਾ ਹੁੰਦਾ। ਹੁਣ ਨਵਜੋਤ ਸਿੰਘ ਸਿੱਧੂ ਅੱਜ 57 ਵਰ੍ਹਿਆਂ ਦੇ ਆ, ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਵਰੇ 80 ਸਾਲਾਂ ਦਾ ਹੋ ਜਾਣਾ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਅੱਜ ਕਿਤੇ ਨਹੀਂ ਵੀ ਉਹਨਾਂ ਦੀ ਬਣਦੀ ਜਗ੍ਹਾ ਮਿਲਦੀ, ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਮਝੌਤਾ ਕਰਨਾ ਪੈਂਦਾ, ਤਾਂ ਉਹਨਾਂ ਨੂੰ ਆਪਣਾ ਦਿਲ ਨਹੀਂ ਹਾਰਨਾ ਚਾਹੀਦਾ, ਕਿਉਂਕਿ ਹਜੇ ਵੀ ਉਹਨਾਂ ਕੋਲੇ ਬੜਾ ਸਮਾਂ ਪਿਆ। ਪਰ ਜਦੋਂ ਕੀ ਕੀ ਪਾਰਟੀ ਕੀ 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 ਸਿੱਧੂ ਇੰਨੀ ਪੇਸ਼ੈਂਸ ਰੱਖ ਪਾਉਣਗੇ? ਦੇਖੋ, ਉਹਨਾਂ ਦੇ ਸੁਭਾਅ ਤੋਂ ਲੱਗਦਾ ਨਹੀਂ ਆ। ਆਮ ਤੌਰ ਤੇ ਜੋ ਉਹਨਾਂ ਦਾ ਟੈਂਪਰਾਮੈਂਟ ਆ, ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਦੋਂ ਇੰਟਰਨੈਸ਼ਨਲ ਖਿਲਾੜੀ ਸੀ ਤੇ ਉਹਨਾਂ ਦੇ ਨਾਲ ਦੇ ਖਿਲਾੜੀ, ਅਕਸਰ ਮੈਂ ਕਪਿਲ ਦੇਵ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਸੀ ਵੀ ਅਸੀਂ ਕਹਿੰਦੇ ਨਵਜੋਤ ਸਿੰਘ ਸਿੱਧੂ ਨਾਲ ਮੇਰੇ ਨਾ ਇੱਕ ਹੀ ਰੂਮ 'ਚ ਠਹਿਰਦੇ ਸੀ। ਉਹ ਇਕੱਠੇ ਜਦੋਂ ਜਾਂਦੇ ਸੀ, ਤੁਹਾਨੂੰ ਪਤਾ ਆਮ ਤੌਰ ਤੇ ਇੰਟਰਨੈਸ਼ਨਲ ਜਿਹੜੇ ਖਿਲਾੜੀ ਆ, ਉਹ ਦੋ ਖਿਲਾੜੀਆਂ ਨੂੰ ਇੱਕ ਇੱਕ ਰੂਮ ਮਿਲਦੇ ਆ। ਤੇ ਉਹ ਕਹਿੰਦੇ ਮੇਰੇ ਨਾਲ ਹੁੰਦੇ ਸੀ ਤੇ ਮੈਂ ਇਹਨੂੰ ਕਦੇ ਬੋਲਦੇ ਹੀ ਨਹੀਂ ਸੀ ਸੁਣਿਆ। ਆਮ ਤੌਰ ਤੇ ਕਿਤਾਬਾਂ ਪੜ੍ਹ ਲੈਣੀਆਂ, ਜਾਂ ਏਦਾਂ ਲੱਗਦਾ ਸੀ ਕਿ ਇਹਨਾਂ ਦੇ ਮੂੰਹ ਦੇ ਵਿੱਚ ਜ਼ੁਬਾਨ ਹੀ ਨਹੀਂ ਆ। ਤੇ ਕਹਿੰਦੇ ਅੱਜ ਦੇ ਨਵਜੋਤ ਸਿੰਘ ਸਿੱਧੂ ਤੇ ਉਸ ਵੇਲੇ ਦੇ ਨਵਜੋਤ ਸਿੰਘ ਸਿੱਧੂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਇਹ ਬਦਲਾਅ ਕਿਸ ਤਰ੍ਹਾਂ ਆਇਆ, ਕਹਿੰਦੇ ਮੈਨੂੰ ਨਹੀਂ ਪਤਾ। ਮੇਰਾ ਕਹਿਣ ਦਾ ਮਤਲਬ ਆ ਕਿ ਸਮੇਂ ਦੇ ਨਾਲ ਨਾਲ ਕਈ ਵਾਰੀ ਇਨਸਾਨ ਆ ਜਿਹੜਾ ਉਹ ਸ਼ਾਂਤ ਹੋ ਜਾਂਦਾ, ਲੇਕਿਨ ਸਮੇਂ ਦੇ ਨਾਲ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਆ, ਉਹਨਾਂ ਦਾ ਜਿਹੜਾ ਬੋਲਣ ਦਾ ਜਿਹੜਾ ਲਹਿਜ਼ਾ ਕਹਿ ਲਓ, ਜਾਂ ਉਹਨਾਂ ਦਾ ਸੁਭਾਅ ਕਹਿ ਲਓ, ਉਹ ਦਿਨੋਂ ਦਿਨ ਹੋਰ ਪ੍ਰਚੰਡ ਹੁੰਦਾ ਜਾਂਦਾ। ਸੋ ਇਸ ਕਰਕੇ ਕਈ ਵਾਰੀ ਇਹੋ ਜਿਹੀਆਂ ਗੱਲਾਂ ਉਹ ਕਹਿ ਜਾਂਦੇ ਨੇ, ਉਹ ਜਿਵੇਂ ਤੁਸੀਂ ਕਹਿੰਦੇ ਜਜ਼ਬਾਤਾਂ 'ਚ ਬਹਿ ਕੇ, ਜਾਂ ਉਹਨਾਂ ਦਾ ਟੈਂਪਰਾਮੈਂਟ ਉਸ ਤਰ੍ਹਾਂ ਦਾ ਹੋ ਗਿਆ, ਤੇ ਕਈ ਵਾਰੀ ਇਸੇ ਚੀਜ਼ ਦਾ ਉਹਨਾਂ ਨੂੰ ਆਪ ਵੀ ਨੁਕਸਾਨ ਉਠਾਉਣਾ ਪੈਂਦਾ। ਜੀ ਮਨਪ੍ਰੀਤ ਜੀ, ਉਹਨਾਂ ਦੀ ਸ਼ਰੀਕੇ ਹਯਾਤ ਡਾਕਟਰ ਨਵਜੋਤ ਕੌਰ ਸਿੱਧੂ ਕਪਲ ਸ਼ੋਅ 'ਚ ਕਹਿੰਦੇ ਅਕਸਰ 99 ਤੇ ਆਊਟ ਇਸ ਕਰਕੇ ਹੋ ਜਾਂਦੇ ਹੁੰਦੇ ਸੀਗੇ ਕਿ ਮੈਨੂੰ ਜਾ ਕੇ ਕੈਮਰਿਆਂ ਤੇ ਬੋਲਣਾ ਨਾ ਪਵੇ। ਚਲੋ ਭਾਵੇਂ ਇਹ ਕੁਝ ਇੰਜ ਪ੍ਰੈਕਟੀਕਲੀ ਹੁੰਦਾ ਤਾਂ ਨਹੀਂ, ਲੇਕਿਨ ਜੇ ਹੁੰਦਾ ਵੀ ਹੋਵੇ ਤਾਂ ਕੋਈ ਅਤਕਥਨੀ ਨਹੀਂ, ਸਿੱਧੂ ਕੁਝ ਵੀ ਕਰ ਸਕਦੇ ਆ। ਲੇਕਿਨ ਮੈਂ ਨਿੱਜੀ ਤੌਰ ਤੇ ਸਿੱਧੂ ਦਾ ਪ੍ਰਸ਼ੰਸਕ ਹੈ, ਉਹਨਾਂ ਦੇ ਡੇਰਿੰਗ ਤੌਰ ਤਰੀਕਿਆਂ ਦਾ, ਉਹਨਾਂ ਦੀ ਹਮਲਾਵਰ ਸ਼ੈਲੀ ਦਾ। ਲੇਕਿਨ ਸਵਾਲ ਇਹ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਇਸ ਵੇਲੇ ਸਿਆਸਤ ਵਿੱਚ ਇਹ ਰੁਖ ਅਖਤਿਆਰ ਕਰਦੇ ਆ, ਉਸ ਵੇਲੇ ਜੇ ਕਾਂਗਰਸ ਛੱਡ ਕੇ ਕੇਜਰੀਵਾਲ ਨਾਲ ਵੀ ਜਾਣਾ ਚਾਹਣਗੇ, ਤਾਂ ਕੇਜਰੀਵਾਲ ਦਾ ਵੀ ਮੱਥਾ ਠਣਕਦਾ ਹੋਊਗਾ ਕਿ ਜੇ ਸਿੱਧੂ ਮੇਰੇ ਨਾਲ ਕੱਲ ਨੂੰ ਨਾਰਾਜ਼ ਹੋ ਗਿਆ, ਪੂਰੀ ਦੀ ਪੂਰੀ ਪਾਰਟੀ ਦੇ ਉੱਤੇ ਕੀ ਅਸਰ ਆਊਗਾ। ਸਿੱਧੂ ਦਾ ਇਹ ਰੁਖ ਜਾਂ ਇਹ ਤੌਰ ਤਰੀਕਾ ਜਾਂ ਇਹ ਸ਼ੈਲੀ, ਇਹ ਜੀਵਨ ਸ਼ੈਲੀ ਕੱਲ ਨੂੰ ਸਾਨੂੰ ਕਿੰਨੀ ਵਾਰਾ ਖਾਂਦੀ ਹੈ।
ਜਿਹੜੀਆਂ ਸਥਾਪਿਤ ਧਿਰਾਂ ਨੇ ਉਹਨਾਂ 'ਚ ਹੁਣ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਸਥਾਪਿਤ ਵਰਗੀ ਹੈ। ਸੋ ਜੇਕਰ ਉਹ ਬਦਲਾਅ ਦੀ ਰਾਜਨੀਤੀ ਵਾਲੇ ਵੀ ਡਰਦੇ ਰਹੇ, ਸਿੱਧੂ ਨੂੰ ਆਪਣਾ ਸੰਗਠਨ, ਆਪਣਾ ਪਲੇਟਫਾਰਮ, ਆਪਣੀ ਪਾਰਟੀ ਖੜੇ ਕੀਤੇ ਬਿਨਾਂ ਪੰਜਾਬ ਦਾ ਭਲਾ ਕਰਨ ਦਾ ਜਿਹੜਾ ਉਹਨਾਂ ਸੁਪਨਾ ਸਿਰਜਿਆ ਉਹ ਸਾਕਾਰ ਹੁੰਦਾ ਨਜ਼ਰ ਨਹੀਂ ਆਉਂਦਾ। ਜਾਂ ਕਾਂਗਰਸ ਜਾਂ ਫਿਰ ਕੋਈ ਉਹਨਾਂ ਨੂੰ ਆਪਣੇ ਬਹੁਤ ਵੱਡੇ ਭਰੋਸੇ ਦੇਣੇ ਪੈਣਗੇ। ਮੈਨੂੰ ਲੱਗਦਾ ਇਹ ਤੇ ਤੁਹਾਡੀ ਛੋਟੀ ਜਿਹੀ ਟਿੱਪਣੀ, ਫਿਰ ਮੈਂ ਅੱਗੇ ਵੱਧਦਾ। ਦੇਖੋ, ਤੁਸੀਂ ਅਰਵਿੰਦ ਕੇਜਰੀਵਾਲ ਹੋਣਾ ਦੀ ਗੱਲ ਕਰਦੇ ਹੋ। ਇਸ 'ਚ ਰੰਧਾਵਾ ਜੀ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰ ਦਿੰਦਾ ਕਿ ਪਿਛਲੀ ਵਾਰੀ ਵੀ ਜੋ ਸੰਨ 2017 ਦੇ ਵਿੱਚ ਗੱਲਬਾਤ ਚੱਲੀ ਸੀ ਕਿ ਨਵਜੋਤ ਸਿੰਘ ਸਿੱਧੂ ਚਲੇ ਜਾਣਗੇ, ਬੀਜੇਪੀ ਉਹਨਾਂ ਨੇ ਛੱਡਤੀ ਸੀ ਤੇ ਆ ਕੇ ਘਰੇ ਬੈਠ ਗਏ ਸੀ। ਬਹੁਤ ਜ਼ਿਆਦਾ ਅਟਕਲਾਂ ਲੱਗ ਰਹੀਆਂ ਸੀ, ਚਰਚਾਵਾਂ ਹੋ ਰਹੀਆਂ ਸੀ ਕਿ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿ ਕੱਲ ਕੀਤੀ, ਪਰ ਹੋਈ ਨਹੀਂ। ਕਾਰਨ ਇਹ ਨਹੀਂ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਨਹੀਂ ਕੀਤੀ ਜਾਂ ਉਹਨਾਂ ਨੂੰ, ਕਾਰਨ ਇਹ ਸੀ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਲੈਣਾ ਹੀ ਨਹੀਂ ਸੀ ਚਾਹੁੰਦੀ। ਕਿਉਂਕਿ ਜੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੀਡਰ ਸੀ, ਚਾਹੇ ਉਹ ਭਗਵੰਤ ਮਾਨ ਹੋਣ, ਚਾਹੇ ਉਸ ਟਾਈਮ ਹਰਵਿੰਦਰ ਸਿੰਘ ਫੂਲਕਾ ਹੋਣ, ਚਾਹੇ ਹੋਰ ਜਿਹੜੇ ਤਮਾਮ ਲੀਡਰ ਸੀ ਉਸ ਟਾਈਮ ਦੇ ਸੀਨੀਅਰ ਲੀਡਰ, ਉਹ ਚਾਹੁੰਦੇ ਨਹੀਂ ਸੀ ਕਿ ਕੋਈ ਬਾਹਰਲਾ ਲੀਡਰ ਆ ਕੇ ਆਪਣੇ ਆਪ ਨੂੰ ਸਥਾਪਿਤ ਕਰੇ ਔਰ ਸਥਾਪਿਤ ਕਰਕੇ ਇੱਕੋ ਦਮ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਬਣ ਜੇ। ਉਹ ਜਿਹੜੀ ਸਿਚੁਏਸ਼ਨ ਆ ਹਰਵਿੰਦਰ ਜੀ, ਮਾਫ ਕਰਨਾ ਰੰਧਾਵਾ ਜੀ, ਉਹ ਅੱਜ ਵੀ ਖੜੀ ਆ। ਅੱਜ ਵੀ ਤਕਰੀਬਨ ਉਸੇ ਤਰ੍ਹਾਂ ਦੀ ਸਿਚੁਏਸ਼ਨ ਆ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਦਿੱਲੀ ਆ, ਤੁਹਾਨੂੰ ਪਤਾ ਅੱਜ ਵੀ ਅੱਧਾ ਰਾਜ ਆ, ਪੂਰੀ ਤਰ੍ਹਾਂ ਪੂਰਾ ਸੂਬਾ ਨਹੀਂ ਉਹ ਆਪਣੇ ਆਪ ਦੇ ਵਿੱਚ। ਤੇ ਬਹੁਤ ਲੋਕਾਂ ਦੀਆਂ ਅਟਕਲਾਂ ਉਦੋਂ ਇਹ ਵੀ ਸੀ ਕਿ ਅਰਵਿੰਦ ਕੇਜਰੀਵਾਲ ਆਪ ਇੱਥੇ ਆ ਕੇ ਮੁੱਖ ਮੰਤਰੀ ਬਣ ਕੇ, ਇੱਥੋਂ ਦਾ ਚਿਹਰਾ ਬਣ ਕੇ, ਇੱਥੇ ਵਧੀਆ ਪਰਫਾਰਮ ਕਰਕੇ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਜਿਹੜਾ ਸਥਾਪਿਤ ਕਰਨ ਦਾ ਇੱਕ ਤਰ੍ਹਾਂ ਦਾ ਉਹਨਾਂ ਦਾ ਟੀਚਾ, ਇਹ ਉਦੋਂ ਕਿਆਸੇ ਲਾਏ ਜਾ ਰਹੇ ਸੀ। ਹੁਣ ਉਸ ਸਿਚੁਏਸ਼ਨ ਦੇ ਵਿੱਚ ਕਿੰਨਾ ਬਦਲਾਅ ਆਇਆ ਆਪਾਂ ਨੂੰ ਪਤਾ ਹੀ ਆ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ, ਮੈਨੂੰ ਲੱਗਦਾ ਨਹੀਂ ਕਿ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਦੀ ਇਸ ਚੀਜ਼ ਦੀ ਸੰਭਾਵਨਾ ਹੈ। ਕਿਉਂਕਿ ਮੈਂ ਉਹਦੇ 'ਚ ਇੱਕ ਚੀਜ਼ ਸ਼ਾਮਲ ਕਰਦਾ, ਮੈਂ ਬੜੇ ਪੁਖਤਾ ਸਰੋਤ ਤੋਂ ਇਹ ਦਾਅਵਾ ਕਰਦਾ ਕਿ ਪਿਛਲੀ ਵਾਰੀ ਆਖਰੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਨੂੰ ਦੋ ਟੁੱਕ ਕਹਿਤਾ ਸੀ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨ ਨੂੰ ਰੈਡੀ ਹਾਂ, ਹੁਣ ਦੱਸੋ ਅੱਗੇ ਕੀ ਕਰਨਾ ਹੈ। ਮੈਂ ਪੂਰੇ ਸਮਰਪਣ ਨਾਲ ਇਸ ਰਾਜ 'ਚ ਕੰਪੇਨ ਕਰਨ ਨੂੰ ਵੀ ਤਿਆਰ ਹਾਂ ਤੇ ਸਰਕਾਰ ਬਣਾ ਲਾਂਗੇ, ਤੇ ਮੈਨੂੰ ਮੇਰੀ ਭੂਮਿਕਾ ਦੱਸ ਦਿਓ। ਸੁਣਿਆ ਕੇਜਰੀਵਾਲ ਨੇ ਕਿਹਾ ਸੀਗਾ ਤੁਸੀਂ ਕੰਪੇਨ ਕਮੇਟੀ ਦੇ ਚੇਅਰਮੈਨ ਹੋਵੋਗੇ, ਜ਼ੋਰ ਲਾ ਕੇ ਸਰਕਾਰ ਬਣਾਓ, ਤੁਹਾਡੀ ਘਰ ਵਾਲੀ ਡਾਕਟਰ ਹੈ, ਅਸੀਂ ਉਹਨੂੰ ਸਿਹਤ ਮੰਤਰੀ ਬਣਾਵਾਂਗੇ, ਉਸ ਤੋਂ ਬਾਅਦ ਤੁਸੀਂ ਫ੍ਰੀ ਹੋ, ਆਜ਼ਾਦੀ ਨਾਲ ਬੰਬੇ ਦੇ ਵਿੱਚ ਜਾ ਕੇ ਤੁਸੀਂ IPL ਦੇ ਵਿੱਚ ਕਪਲ ਸ਼ੋਅ 'ਚ ਆਪਣੀ ਆਜ਼ਾਦੀ ਨਾਲ ਕੰਮ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ, ਅਸੀਂ ਤੁਹਾਡੇ ਟੈਲੈਂਟ ਨੂੰ ਮਾਰਨਾ ਨਹੀਂ ਚਾਹੁੰਦੇ। ਸਿੱਧੂ ਦੇ ਪੈਰਾਂ ਥੱਲੇ ਉਦੋਂ ਕਹਿੰਦੇ ਜ਼ਮੀਨ ਨਿਕਲ ਗਈ, ਆ ਕੇ ਪਰੇਸ਼ਾਨ ਹੋ ਗਏ, ਚੰਗਾ ਹੋਇਆ ਮੈਂ ਪੁੱਛ ਲਿਆ, ਇਹ ਨਾ ਹੋਵੇ ਮੈਨੂੰ ਵਰਤ ਕੇ ਸੁੱਟ ਦਿੰਦੇ। ਸੋ ਕੇਜਰੀਵਾਲ ਵੀ ਉਸ ਅਪਣੱਤ 'ਚ ਜਿਹੜੀ ਜਾ ਕੇ ਸਿੱਧੂ ਨੇ ਕਿਹਾ ਸੀ ਕਿ ਮੈਂ ਹਾਜ਼ਰ ਹਾਂ, ਹੁਣ ਮੈਂ ਜੁਆਇਨ ਕਰਨ ਦਾ ਮਨ ਬਣਾ ਲਿਆ, ਕੇਜਰੀਵਾਲ ਨੇ ਆਪਣਾ ਮਨ ਦੱਸਤਾ ਤੇ ਉੱਥੋਂ ਬਾਜੀ ਪਲਟ ਗਈ। ਹਾਲਾਤ ਅਜੇ ਵੀ ਉੱਥੇ ਹੀ ਖੜੇ ਆ। ਮੈਂ ਅੱਗੇ ਵੱਧਦਾ ਹੈ। ਪੰਜਾਬ ਇੱਕ ਐਸਾ ਸੂਬਾ ਹੈ ਜਿਹਨੇ ਬਹੁਤ ਕੁਝ ਝੇਲਿਆ। ਸਿੱਖ ਖਾਸ ਤੌਰ ਤੇ ਉਸ ਪਰੰਪਰਾ ਚੋਂ ਆਉਂਦੇ ਆ ਜਿਨ੍ਹਾਂ ਦੀ ਜੜ ਦੇ ਵਿੱਚ ਗੁਰੂ ਨਾਨਕ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਬੈਠਿਆ। ਗੁਰੂ ਤੇਗ ਬਹਾਦਰ ਸਾਹਿਬ ਉਸ ਪਰੰਪਰਾ ਨੂੰ ਅੱਗੇ ਵਧਾਉਂਦੇ ਆ ਜਿੱਥੇ ਕਸ਼ਮੀਰੀ ਪੰਡਤਾਂ ਲਈ ਬਲਿਦਾਨ ਹੋਇਆ। ਤੇ ਫਿਰ ਇਹ ਜਿਹੜੀ ਇੱਕ ਹਿੰਦੂ ਪ੍ਰਵਿਰਤੀ ਤੋਂ ਅਸੀਂ ਸਿੱਖੀਜ਼ਮ ਵੱਲ ਤੁਰਦੇ ਹਾਂ, ਗੁਰੂ ਗੋਬਿੰਦ ਸਿੰਘ ਇੱਕ ਨਵਾਂ ਖਾਲਸਾ ਸਾਜਦੇ ਆ ਔਰ ਇੱਕ ਨਵਾਂ ਸਰੂਪ ਸਿੱਖਾਂ ਦੇ ਵਜੋਂ ਉੱਭਰਦਾ। ਹੁਣ ਇੱਕ ਪਿਛਲੇ ਸਮੇਂ 'ਚ ਫਿਰ ਰੌਲਾ ਪੈਂਦਾ ਰਿਹਾ ਕਿ ਸਿੱਖਾਂ ਨੂੰ ਲੈ ਕੇ ਜਾਂ ਕੁਝ ਅਜੀਬ ਤਰ੍ਹਾਂ ਦੇ ਹਿੰਦੂ ਸਿੱਖਾਂ 'ਚ ਪਾੜ ਪਾਉਣ ਦੀ ਕੋਸ਼ਿਸ਼ ਕਈ ਪਾਸਿਆਂ ਤੋਂ ਹੋਈ। ਇੱਕ ਬੜਾ ਸੁਖਦ ਅਹਿਸਾਸ ਰਿਹਾ, ਇੱਕ ਬੜਾ ਸੋਹਣਾ ਮੈਸੇਜ ਅੱਜ ਆਇਆ। ਸ਼ਿਵ ਸੈਨਾ ਦੇ ਕੁਝ ਸਥਾਨਕ ਲੀਡਰ ਜਿਨ੍ਹਾਂ ਬਾਰੇ ਪਤਾ ਵੀ ਨਹੀਂ ਸੀ ਕਿ ਉਹ ਸ਼ਿਵ ਸੈਨਾ ਦੇ ਕੀ ਨੇ, ਉਹਨਾਂ ਨੇ ਕੁਝ ਟਿੱਪਣੀਆਂ ਸਿੱਖਾਂ ਤੇ ਸਿੱਖੀਜ਼ਮ ਦੇ ਬਾਰੇ 'ਚ ਕੀਤੀਆਂ ਜਿਹੜੀਆਂ ਵਿਵਾਦਤ ਵੀ ਬਣੀਆਂ, ਪਰਚੇ ਵੀ ਦਰਜ ਹੁੰਦੇ ਰਹੇ। ਉੱਥੇ ਉਹਨਾਂ ਨੂੰ ਇੱਕ ਹੋਰ ਆਪਾਂ ਉਹਦਾ ਜ਼ਿਕਰ ਨਹੀਂ ਕਰਾਂਗੇ ਵੀ ਗਨਮੈਨ ਜਾਂ ਦੂਜਾ ਤੀਜਾ, ਇਹ ਵੀ ਇੱਕ ਲਹਿਰ ਬਣਦੀ ਰਹੀ। ਅੱਜ ਖਬਰ ਨੇ ਮੈਨੂੰ ਟੁੰਬਿਆ ਕਿ ਸ਼ਿਵ ਸੈਨਾ ਦਾ ਇੱਕ ਸੰਗਠਨ ਦਾ ਵੱਡਾ ਲੀਡਰ, ਸ਼ਾਇਦ ਅਸ਼ੋਕ ਤਿਵਾੜੀ, ਤੁਸੀਂ ਠੀਕ ਕਰਦੇ ਹੋ ਜੇ ਮੈਂ, ਹਾਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖ ਸਾਡੇ ਲਈ ਸਨਮਾਨਤਾ, ਅਸੀਂ ਉਹਨਾਂ ਨੂੰ ਬਹੁਤ ਇੱਜ਼ਤ ਦਿੰਦੇ ਹਾਂ। ਜਿਹੜੇ ਕੁਝ ਸ਼ਿਵ ਸੈਨਾ ਦੇ ਲੋਕ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਆ ਉਹ ਸਾਡੇ ਹੋ ਹੀ ਨਹੀਂ ਸਕਦੇ, ਅਸੀਂ ਜਾਂਚ ਕਰਾਵਾਂਗੇ ਉਹ ਕੌਣ ਨੇ, ਇਹਨੂੰ ਐਕਸਪਲੇਨ ਕਰ ਦਿਓ, ਤੁਹਾਡਾ ਤਜਰਬਾ ਬਹੁਤ। ਰੰਧਾਵਾ ਜੀ ਬਹੁਤ ਵਧੀਆ ਗੱਲ ਕਹੀ ਹੈ। ਔਰ ਪੰਜਾਬ ਦੇਖੋ, ਪੰਜਾਬ ਦੇ ਵਿੱਚ ਜੋ ਸੰਤਾਪ ਲੋਕਾਂ ਨੇ ਭੋਗਿਆ, ਜਿਸ ਨੂੰ ਆਪਾਂ ਮਾੜਾ ਸਮਾਂ ਕਹਿੰਦੇ ਆ, ਅੱਤਵਾਦ ਦਾ ਸਮਾਂ ਕਹਿੰਦੇ ਆ, ਉਸ ਟਾਈਮ ਵੀ ਹਰ ਫਿਰਕੇ ਦੇ, ਹਰ ਭਾਈਚਾਰੇ ਦੇ ਵਿਅਕਤੀਆਂ ਨੇ ਇਸ ਦਾ ਇਸ ਤਰਾਸਦੀ ਜਿਹੜੀ ਉਸ ਵੇਲੇ ਹੋਈ ਸੀ, ਉਹਦਾ ਸਿੱਧਾ ਅਸਰ ਉਹਨਾਂ ਤੇ ਹੋਇਆ। ਲੇਕਿਨ ਪੰਜਾਬ ਨੂੰ ਇਸ ਕਰਕੇ ਜਾਣਿਆ ਜਾਂਦਾ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਫਿਰਕੂ ਫਸਾਦ
ਕਿਸੇ ਤਰ੍ਹਾਂ ਦੇ ਕੋਈ ਫਿਰਕੂ ਦੰਗੇ ਆਪਸ ਦੇ ਵਿੱਚ ਨਹੀਂ ਹੋਏ। ਜਿਸ ਟਾਈਮ ਦਿੱਲੀ ਦੇ ਵਿੱਚ 1984 ਦੇ ਵਿੱਚ ਵੀ ਜੋ ਕੁਝ ਹੋਇਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਜੋ ਕਤਲੇਆਮ ਜੈਨੋਸਾਈਡ ਹੋਇਆ, ਉਸ ਦਾ ਵੀ ਅਸਰ ਪੰਜਾਬ 'ਚ ਨਹੀਂ ਦੇਖਿਆ ਗਿਆ। ਸੋ ਪੰਜਾਬ ਦੇ ਵਿੱਚ ਭਾਈਚਾਰਾ ਜਿਹੜਾ, ਉਹ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਆ ਕਿ ਆਪਸ ਦੇ ਵਿੱਚ ਬਣਿਆ ਰਵੇ। ਔਰ ਇਸ ਦੀ ਮਿਸਾਲ ਅੱਗੇ ਪੋਲੀਟੀਕਲ ਆ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨਾਲ ਵੀ ਹੋਈ, ਕਿਉਂਕਿ ਆਮ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਸੀ ਕਿ ਅਸੀਂ ਗੱਠਜੋੜ ਹੀ ਇਸੇ ਕਰਕੇ ਕੀਤਾ, ਤਾਂ ਕਿ ਜਦੋਂ 1997 ਦੇ ਵਿੱਚ ਪਹਿਲੀ ਵਾਰੀ ਜਿਹੜੀ ਇਹਨਾਂ ਦੀ ਸਰਕਾਰ ਬਣਦੀ ਆ, ਉਹ ਇਸੇ ਗੱਲ ਨੂੰ ਲੈ ਕੇ ਬਣੀ ਸੀ ਕਿ ਅੱਜ ਵੀ ਜਿਹੜਾ ਹਿੰਦੂ ਸਿੱਖ ਆ, ਉਹ ਪੰਜਾਬ ਦੇ ਵਿੱਚ ਇਕੱਠਾ ਤੇ ਇਕੱਠੇ ਹੋ ਕੇ ਖੜਨਗੇ ਤੇ ਇਕੱਠਾ ਭਾਈਚਾਰਾ ਇਹਨਾਂ ਦਾ ਹਮੇਸ਼ਾ ਲਈ ਬਣਿਆ ਰਹੇਗਾ। ਅੱਜ ਜੀ ਗੱਲ ਕਰਦੇ ਆ ਅਸ਼ੋਕ ਤਿਵਾੜੀ ਦੀ। ਅਸ਼ੋਕ ਤਿਵਾੜੀ ਸ਼ਿਵ ਸੈਨਾ ਦੇ, ਤੁਹਾਨੂੰ ਪਤਾ, ਇਹ ਮੁਖੀ ਨੇ ਜੀ। ਬਾਲ ਠਾਕਰੇ ਉਹਨਾਂ ਦੀ ਜਿਹੜੀ ਸ਼ਿਵ ਸੈਨਾ, ਉਸ ਦੇ ਨੈਸ਼ਨਲ ਲੈਵਲ ਦੇ ਇਹ ਪ੍ਰਧਾਨ ਨੇ। ਇਹਨਾਂ ਦੀ 7 ਦਿਨਾਂ ਦੀ ਫੇਰੀ ਆ। 7 ਦਿਨਾਂ ਵਾਸਤੇ ਇਹ ਆਏ ਨੇ ਪੰਜਾਬ ਆ ਕੇ ਇਹ ਦਸੂਹੇ ਆਉਂਦੇ ਨੇ, ਤੇ ਦਸੂਹੇ ਆ ਕੇ ਇਹਨਾਂ ਦਾ ਪਹਿਲਾ ਜਿਹੜਾ ਬਿਆਨ ਆ, ਜਿਹੜਾ ਤੁਸੀਂ ਵੀ ਪੜ੍ਹਿਆ ਤੇ ਮੈਨੂੰ ਵੀ ਪੜ੍ਹਨ ਨੂੰ ਮਿਲਿਆ, ਔਰ ਵਾਕਿਆ ਮੈਨੂੰ ਵੀ ਇੱਕ ਬੜੀ ਜਿਵੇਂ ਸੁਖਦ ਅਹਿਸਾਸ ਹੁੰਦਾ, ਉਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਚਲੋ ਚੰਗੀ ਗੱਲ ਹੋਈ ਆ। ਉਹਨਾਂ ਨੇ ਕੀ ਗੱਲ ਕਹੀ ਆ ਕਿ ਦੇਖੋ, ਇੱਕ ਤਾਂ ਜਿਹੜਾ ਸਿੱਖ ਭਾਈਚਾਰਾ, ਉਹ ਸਾਡੇ ਲਈ ਬਹੁਤ ਇੰਪੋਰਟੈਂਟ ਆ, ਸਾਡੇ ਲਈ ਬਹੁਤ ਮਹੱਤਵਪੂਰਨ ਆ, ਔਰ ਇਸ ਮੁਲਕ ਦੇ ਨਾਲ ਉਹਨਾਂ ਦੇ ਬੜੇ ਪੁਰਾਣੇ ਗੂੜੇ ਸੰਬੰਧ ਨੇ, ਸ਼ੁਰੂ ਤੋਂ ਇੱਥੇ ਆਏ ਨੇ, ਤੇ ਉਹਨਾਂ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਐਂਟੀ ਨੈਸ਼ਨਲ ਕਹਿਣਾ, ਜਾਂ ਉਹਨਾਂ ਨੂੰ ਕਹਿਣਾ ਕਿ ਇਹ ਕਿਸੇ ਤਰ੍ਹਾਂ ਦੇ ਵੱਖਵਾਦੀ ਨੇ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਵੀ ਟਿੱਪਣੀਆਂ ਉਹ ਬੰਦ ਕੀਤੀਆਂ ਜਾਣ, ਇਹ ਉਹਨਾਂ ਨੇ ਗੱਲ ਕਹੀ ਆ। ਔਰ ਕਹਿੰਦੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਖੌਤੀ ਸ਼ਿਵ ਸੈਨਿਕ ਆ, ਜਿਹੜੇ ਆਪਣੇ ਘਰਾਂ ਚੋਂ ਸ਼ਿਵ ਸੈਨਾ ਚਲਾ ਰਹੇ ਨੇ, ਆਪਣੇ ਆਪ ਨੂੰ ਇਹ ਕਹਿ ਕੇ, ਅਸੀਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਇਹ ਪੁੱਛਾਂਗੇ ਉਹਨਾਂ ਤੋਂ ਕਿ ਉਹਨਾਂ ਨੂੰ ਕਿਸ ਨੇ ਥਾਪਿਆ, ਤੇ ਜੇ ਉਹ ਜਾਲੀ ਪਾਏ ਗਏ ਜਾਂ ਇਹ ਪਤਾ ਲੱਗਾ ਕਿ ਸਿਰਫ ਉਹ ਖੌਤੀ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿਤਾ, ਤੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ। ਇਹਦੇ ਵਿੱਚ ਰੰਧਾਵਾ ਜੀ, ਮੈਂ ਇੱਕ ਗੱਲ ਹੋਰ ਜੋੜ ਦੇਣਾ। ਤੁਸੀਂ ਦੇਖੋ, ਮਹਾਰਾਸ਼ਟਰ ਦੇ ਵਿੱਚ ਸਰਕਾਰ ਕਿਹਦੀ ਆ? ਮਹਾਰਾਸ਼ਟਰ ਦੇ ਵਿੱਚ ਇਸ ਟਾਈਮ ਐਨਸੀਪੀ, ਜਿਵੇਂ ਸ਼ਰਦ ਪਵਾਰ ਹੋਣੀ ਹੋਏ, ਕਾਂਗਰਸ ਹੋਏ, ਜੀ ਤੇ ਸ਼ਿਵ ਸੈਨਾ ਦੀ ਸਰਕਾਰ ਆ, ਆਪਸ ਦੇ ਵਿੱਚ ਮਿਲ ਕੇ ਚੱਲ ਰਹੇ ਨੇ। ਔਰ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਸਰਕਾਰ ਨੇ ਵੀ ਇਹ ਗੱਲ ਕਹੀ ਆ, ਉਹ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਵੀ ਹਮਾਇਤੀ ਰਹੇ ਨੇ। ਸੋ ਇਸ ਕਰਕੇ ਅਸ਼ੋਕ ਤਿਵਾੜੀ ਦਾ ਇੱਥੇ ਆ ਕੇ ਇੱਕ ਭਾਈਚਾਰੇ ਦਾ ਸੰਦੇਸ਼ ਦੇਣਾ ਬੜੀ ਵੱਡੀ ਗੱਲ ਹੈ। ਮੈਂ ਇੱਕ ਇਹਦੇ ਨਾਲ ਹੋਰ ਵੀ ਜੋੜਦਾ, ਮਲੇਰਕੋਟਲਾ ਆਪਣਾ 23ਵਾਂ ਜ਼ਿਲ੍ਹਾ ਬਣਿਆ, ਉੱਥੇ ਵੀ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵਧੀਆ ਮਿਸਾਲ ਉੱਥੇ ਪੈਦਾ ਹੋਈ, ਜਦੋਂ ਪਿੰਡ ਦੇ ਲੋਕਾਂ ਨੇ ਉੱਠ ਕੇ ਉੱਥੇ ਇੱਕ ਜਗ੍ਹਾ, ਇੱਕ ਪਿੰਡ ਦੇ ਵਿੱਚ 4 ਫੈਮਲੀਆਂ ਸੀ, 4 ਪਰਿਵਾਰ ਸੀ, ਤੇ ਇੱਕ ਬਾਘੇ ਪੁਰਾਣੇ ਦੇ ਲਾਗੇ ਪਿੰਡ ਆ ਉੱਥੇ ਭਲੂਰ, ਉੱਥੇ ਸਿਰਫ 12 ਫੈਮਲੀਆਂ ਸੀ। ਉਹਨਾਂ ਫੈਮਲੀਜ਼ ਲਈ ਉੱਥੇ ਮਸਜਿਦਾਂ ਬਣਾਈਆਂ ਗਈਆਂ, ਤਾਂ ਕਿ ਉਹਨਾਂ ਨੂੰ ਦੂਰ ਜਾ ਕੇ, ਉਹ ਮਸੀਤਾਂ ਤਾਂ ਬਣਾਈਆਂ ਗਈਆਂ ਦੂਰ ਜਾ ਕੇ ਆਪਣੀ ਨਮਾਜ਼ ਜਾਂ ਆਪਣੀ ਪੂਜਾ ਪਾਠ ਆਪਣੇ ਧਰਮ ਦੇ ਹਿਸਾਬ ਨਾਲ ਦੂਰ ਨਾ ਜਾਣਾ ਪਵੇ। ਸੋ ਇਹ ਮਿਸਾਲਾਂ ਬਹੁਤ ਹੀ ਚੰਗੀਆਂ ਲੱਗਦੀਆਂ, ਕਿਤੇ ਨਾ ਕਿਤੇ ਸਾਡੇ ਜਿਹੜੇ ਠੰਡਕ ਪਹੁੰਚਾਉਂਦੀਆਂ ਸਾਡੇ ਦਿਲਾਂ ਨੂੰ, ਕਿ ਚਲੋ ਹਜੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਸ਼ਰੇ ਦੇ ਵਿੱਚ ਲੋਕ ਨੇ, ਪੋਲੀਟੀਕਲ ਪਾਰਟੀਆਂ, ਸ਼ਿਵ ਸੈਨਾ, ਜਿਹਨੂੰ ਹਮੇਸ਼ਾ ਹੀ ਇਸ ਤਰ੍ਹਾਂ ਦਾ ਸਮਝ ਜਾਂਦਾ ਸੀ ਕਿ ਇਹ ਤਾਂ ਫਿਰਕੂ ਪਾਰਟੀ ਆ, ਇਹ ਤਾਂ ਆਪਸ ਦੇ ਵਿੱਚ ਪਾੜ ਪਾ ਕੇ ਤਾਂ ਰਾਜਨੀਤੀ ਕਰਦੀ ਆ, ਲੇਕਿਨ ਇਹੋ ਜਿਹੀ ਸਟੇਟਮੈਂਟ ਆਉਣੀ, ਮੈਨੂੰ ਲੱਗਦਾ ਬਹੁਤ ਜ਼ਿਆਦਾ ਇਹਦਾ ਸਵਾਗਤ ਕਰਨਾ ਚਾਹੀਦਾ। ਹਿੰਦੂਆਂ ਦੀ ਪ੍ਰਤੀਨਿਧ ਜਮਾਤ ਸ਼ਿਵ ਸੈਨਾ ਰਹੀ ਹੈ ਬਾਲ ਠਾਕਰੇ ਤੋਂ ਲੈ ਕੇ, ਔਰ ਇਹ ਚੰਗੀ ਗੱਲ ਹੈ ਕਿ ਉਹਨਾਂ ਨੇ ਗੱਲ ਕਹੀ ਹੈ। ਗੱਲ ਖਤਮ ਕਰਨ ਲੱਗੇ ਆ, ਲੇਕਿਨ ਮੈਂ ਇਹ ਗੱਲ ਜ਼ਰੂਰ ਕਰੂੰਗਾ, ਜਿਹੜਾ 25 ਤਰੀਕ ਸੀ, ਕੱਲ ਦਾ ਲੰਘਿਆ ਦਿਨ ਆ, ਉਦੋਂ ਐਮਰਜੈਂਸੀ ਲੱਗੀ ਸੀ, ਦੇਸ਼ ਦੇ ਵਿੱਚ ਲੋਕਤੰਤਰ ਨੂੰ ਰੋਕਤਾ ਗਿਆ ਸੀ, ਔਰ ਉਹ ਜ਼ਖਮ ਨਹੀਂ ਭੁੱਲਦੇ। ਪੰਜਾਬ ਨੇ ਬਹੁਤ ਹੰਢਾਇਆ, ਅਕਾਲੀਆਂ ਨੇ ਵਿਰੋਧ ਕਰਤਾ, ਤੇ ਉਸ ਵਿਰੋਧ ਦੇ ਵਿੱਚੋਂ ਜਿਹੜੇ ਮੋਰਚੇ ਲੱਗਦੇ ਆ, ਇੰਦਰਾ ਗਾਂਧੀ ਨਾਲ ਨਾਰਾਜ਼ਗੀ ਹੁੰਦੀ ਆ, ਫਿਰ ਬਲੂ ਸਟਾਰ ਆਪਰੇਸ਼ਨ ਵਾਪਰਦਾ, ਜਿੱਦ ਚੋਂ ਜਿੱਦ ਨਿਕਲਦੀ ਆ, ਤੇ ਉਹ ਜੋ ਪੰਜਾਬ ਲਗਭਗ 2-2.5 ਦਹਾਕਿਆਂ ਤੱਕ ਪਿੱਛੇ ਚਲੇ ਜਾਂਦਾ, ਸਾਡੀਆਂ 2 ਪੀੜ੍ਹੀਆਂ ਅਸਰ ਅੰਦਾਜ਼ ਹੁੰਦੀਆਂ। ਇਸ ਦਿਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸੱਚਮੁੱਚ ਹੀ ਕੱਲ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਯਾਦ ਕੀਤਾ ਉਸ ਦਿਨ ਨੂੰ, ਜਦੋਂ ਪੰਜਾਬੀਆਂ ਨੇ ਦੇਸ਼ ਦੀ ਅਜ਼ਮਤ ਨੂੰ ਬਚਾਉਣ ਲਈ, ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਹਾ ਦਾ ਨਾਰਾ ਮਾਰਿਆ ਤੇ ਝੇਲਿਆ। ਮੈਂ ਇਸ ਤੋਂ ਅੱਗੇ ਲਾਸਟ ਜਾਂਦਾ ਇਹਨਾਂ ਦੋਵਾਂ ਚੀਜ਼ਾਂ ਤੇ ਟਿੱਪਣੀ ਚਾਹੁੰਦਾ ਹੈ। ਇੱਕ, ਭਾਜਪਾ ਨੂੰ ਦੂਜੀਆਂ ਪਾਰਟੀਆਂ ਵਾਂਗ ਬੇਅਦਬੀ ਮਾਮਲਿਆਂ ਦੀ ਸਿਆਸਤ ਯਾਦ ਆ ਗਈ। ਆਖਰ ਆਸਥਾ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੀ ਸਿਆਸਤ ਕਿੰਨੀ ਜਾਇਜ਼ ਆ? ਬਹੁਤ ਸੰਖੇਪ ਚ ਮੈਂ ਟਿੱਪਣੀਆਂ ਚਾਹੂੰਗਾ। ਦੇਖੋ ਜੀ, ਜਿੱਥੋਂ ਤੱਕ 46 ਵਰੇ ਹੋ ਗਏ ਨੇ ਐਮਰਜੈਂਸੀ ਨੂੰ, ਆਪਾਂ ਨੂੰ ਸਾਰਿਆਂ ਨੂੰ ਪਤਾ, ਔਰ ਉਹ ਜਿਹੜੀ 21 ਮਹੀਨਿਆਂ ਦੀ ਐਮਰਜੈਂਸੀ ਲੱਗੀ ਸੀ, ਅੱਜ ਵੀ ਉਹਨੂੰ ਜਿਹੜਾ ਮੁਲਕ ਯਾਦ ਕਰਕੇ, ਜਾਂ ਵੱਖਰੀਆਂ ਪੋਲੀਟੀਕਲ ਪਾਰਟੀ ਜਦੋਂ ਯਾਦ ਕਰਦੀਆਂ ਨੇ, ਤੇ ਉਹਨਾਂ ਨੂੰ ਕਾਲੇ ਦਿਨਾਂ ਵਜੋਂ ਜਾਣਿਆ ਜਾਂਦਾ ਕਿ ਬਹੁਤ ਹੀ ਮਾੜਾ ਸਮਾਂ ਸੀ, ਡਿਕਲੇਅਰਡ ਐਮਰਜੈਂਸੀ ਸੀ। ਲੇਕਿਨ ਮੈਂ ਥੋੜਾ ਜਿਹਾ ਹਰਜਿੰਦਰ, ਆਪਣਾ ਰੰਧਾਵਾ ਜੀ, ਇਹ ਦੱਸਦਾ ਤੁਹਾਨੂੰ ਕਿ ਅੱਜ ਵੀ
ਅੱਜ ਵੀ ਜਿਹੜੇ ਲੋਕ ਆ ਮੰਨਦੇ ਨੇ ਕਿ ਜਿਹੜਾ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਆ, ਜਿਹੜੇ ਹਾਲਾਤ ਬਣੇ ਨੇ, ਔਰ ਉਹ ਆਪਾਂ ਕਦੇ ਇਸ ਤੇ ਅਲੱਗ ਚਰਚਾ ਕਰ ਲਾਂਗੇ ਕਿ ਉਹ ਕਹਿੰਦੇ ਵੀ ਐਮਰਜੈਂਸੀ ਵਰਗੇ ਨੇ। ਸੋ ਇਸ ਤਰ੍ਹਾਂ ਦਾ ਕੰਪੈਰੀਜ਼ਨ ਵੀ ਕਈ ਪੋਲੀਟੀਕਲ ਪਾਰਟੀਆਂ ਕਰਦੀਆਂ। ਜਿੱਥੇ ਜੀ ਤੱਕ ਤੁਸੀਂ ਗੱਲ ਕਰਦੇ ਹੋ ਜਿਵੇਂ ਜਿਸ ਤਰ੍ਹਾਂ ਹੁਣ ਟਿੱਪਣੀ ਆਈ ਆ ਅਸ਼ਵਨੀ ਸ਼ਰਮਾ ਜੀ ਉਹਨਾਂ ਦੀ, ਉਹ ਚਾਹੁੰਦੇ ਨੇ ਕਿ ਅਸੀਂ ਆ ਕੇ ਜਿਹੜੇ ਬੇਅਦਬੀ ਦੇ ਮਸਲੇ ਆ ਜਿਹੜੇ ਕਾਂਗਰਸ ਸਰਕਾਰ ਤੋਂ ਨਹੀਂ ਸੁਲਝੇ ਜਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ, ਤੇ ਅਸੀਂ ਆ ਕੇ ਉਹ ਇਨਸਾਫ ਦਵਾਵਾਂਗੇ। ਤੇ ਜੀ ਦੂਸਰੇ ਨਾਲ ਦੀ ਨਾਲ ਹੀ ਮਦਨ ਮੋਹਨ ਮਿੱਤਲ ਹੋਣਾ ਦੀ ਇਹ ਜਿਹੜੀ ਸਟੇਟਮੈਂਟ ਆਉਂਦੀ ਆ, ਟਿੱਪਣੀ ਆਉਂਦੀ ਆ ਕਿ ਇਹਨਾਂ ਮਸਲਿਆਂ ਦੇ ਵਿੱਚ, ਬੇਅਦਬੀ ਦੇ ਮਸਲਿਆਂ ਦੇ ਵਿੱਚ ਜਿਹੜੇ ਬਾਦਲ ਪਰਿਵਾਰ ਆ ਜਾਂ ਪ੍ਰਕਾਸ਼ ਸਿੰਘ ਬਾਦਲ ਆ ਜਾਂ ਸੁਖਬੀਰ ਸਿੰਘ ਬਾਦਲ ਆ, ਇਹ ਜਿਹੜੇ ਅਕਾਲੀ ਆ, ਉਹ ਹੂੰ ਇਹਦੇ ਲਈ ਜ਼ਿੰਮੇਵਾਰ ਨਹੀਂ ਆ। ਸੋ ਆਪਣੇ ਜੀ ਆਪ ਦੇ ਵਿੱਚ ਹੀ ਇਹ ਬੜੀ ਕੰਟਰਡਿਕਟਰੀ ਚੀਜ਼ ਆ ਕਿ ਪਹਿਲਾਂ ਹੀ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਆ। ਮੈਂ ਥੋੜੀ ਜਿਹੀ ਇੱਕ ਗੱਲ ਕਰਕੇ ਆਪਣੀ ਗੱਲ ਜਿਹੜੀ ਆ ਉਹ ਖਤਮ ਕਰੂੰਗਾ। ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਅਨਿਲ ਜੋਸ਼ੀ ਹੋਏ, KD ਭੰਡਾਰੀ ਹੋਏ, ਮਦਨ ਹੂੰ ਮੋਹਨ ਮਿੱਤਲ ਇਹ ਆਪ ਸੀ, ਜਾਂ ਈਵਨ ਮਾਸਟਰ ਮੋਹਨ ਲਾਲ ਹੋਏ, ਉਹਨਾਂ ਨੇ ਇੱਥੋਂ ਤੱਕ ਆ ਕੇ ਗੱਲ ਕਹੀ ਸੀ ਕਿ ਇਹ ਜਿਹੜਾ ਇਸ ਟਾਈਮ ਕਿਸਾਨਾਂ ਦੇ ਨਾਲ ਇਹ ਜੋ ਕੁਝ ਹੋ ਰਿਹਾ, ਇਹ ਵਧੀਆ ਨਹੀਂ ਹੋ ਰਿਹਾ, ਸਾਨੂੰ ਵਧੀਆ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਦੂਸਰੇ ਹੂੰ ਪਾਸੇ ਹਰਜੀਤ ਸਿੰਘ ਗਰੇਵਾਲ ਹੋਣੀ ਹੋਏ, ਦੂਸਰੇ ਪਾਸੇ ਸੁਰਜੀਤ ਜੈਨੀ ਹੋਏ, ਜਾਂ ਹੂੰ ਵਿਜੇ ਕੁਮਾਰ ਸਾਂਪਲਾ ਹੋਏ, ਇਹ ਤਿੰਨ ਜਿਹੜੇ ਲੀਡਰ ਨੇ ਇਹ ਕਿਤੇ ਨਾ ਕਿਤੇ ਹਮੇਸ਼ਾ ਹੀ ਕਿਸਾਨੀ ਦੇ ਵਿਰੁੱਧ ਬੋਲਦੇ ਰਹੇ ਆ। ਤੇ ਹੂੰ ਇਸੇ ਕਰਕੇ ਜਿਹੜੇ ਹਾਲਾਤ ਆ ਉਹ ਜ਼ਿਆਦਾ ਵਿਗੜੇ ਨੇ, ਕਿਉਂਕਿ ਜਿਹੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਜਾਂ ਕਿਸੇ ਨੂੰ ਲੈ ਕੇ ਜੋ ਨਾਮ ਦਿੱਤੇ ਜਾਂਦੇ ਆ ਵੱਖਵਾਦੀ, ਅੱਤਵਾਦੀ ਦੇ, ਉਹ ਕਿਤੇ ਨਾ ਕਿਤੇ ਕਿਸਾਨੀ ਨੂੰ ਬਰਦਾਸ਼ਤ ਨਹੀਂ ਦਿੰਦੇ। ਇਸੇ ਕਰਕੇ ਆਪਸ ਦੇ ਵਿੱਚ ਬੇਭਰੋਸਗੀ ਜਿਹੜੇ ਆ ਉਹ ਪੈਦਾ ਕਰਦੇ ਨੇ। ਜੀ ਮਨਪ੍ਰੀਤ ਜੀ, ਅਸੀਂ 30 ਮਿੰਟ ਉਲੰਘ ਆਏ ਆ, ਤੇ ਉਹ ਕਹਿੰਦੇ ਹੁੰਦੇ ਨਾ, ਗੱਲ ਤੋਰਨੀ ਤੇ ਨਹੀਂ ਸੀ ਗੱਲ ਤੋਰਦੀ ਵਿਕੀ ਦੇ ਨਾਲ, ਤੁਰ ਪਈ ਤੇ ਤੁਰੀ ਚ ਸੁਣਾਇਆ ਵੇ ਗਿਆ। ਇਹ ਪੰਜਾਬੀ ਦਾ ਇੱਕ ਗੀਤ ਹੈ। ਗੱਲ ਤੁਰ ਜੀ ਪੈਂਦੀ ਫਿਰ ਰੁਕਦੀ ਕਿੱਥੇ ਆ। ਬਹੁਤ ਮਿਹਰਬਾਨੀ, ਅਸੀਂ ਕਾਫੀ ਮੁੱਦਿਆਂ ਤੇ ਗਹਿ ਗੱਚ ਗੱਲ ਕਰ ਆਏ ਆ। ਸਵਾਲ ਇਹ ਹੈ ਕਿ ਅਸੀਂ ਕਿਧਰੇ ਕਿਸੇ ਪੱਖਪਾਤੀ ਤਰੀਕੇ ਨਾਲ ਅੱਗੇ ਨਾ ਵਧੀਏ। ਦੋਸਤੋ, ਸਾਨੂੰ ਜ਼ਰੂਰ ਨੌਕ ਕਰਦੇ ਰਿਹਾ ਕਰੋ, ਸਾਡੀਆਂ ਗਲਤੀਆਂ ਦੱਸਦੇ ਰਿਹਾ ਕਰੋ। ਅਸੀਂ ਬਿਲਕੁਲ ਤੁਹਾਡੇ ਵਿਸ਼ਵਾਸ ਤੇ ਖਰੇ ਉਤਰਨ ਦਾ ਯਤਨ ਕਰਦੇ ਹਾਂ। ਜੋ ਧਰਾਤਲ ਤੇ ਪਈਆਂ ਚੀਜ਼ਾਂ, ਜਿਨ੍ਹਾਂ 'ਚ ਤੱਥ ਵੀ ਹੁੰਦੇ ਆ ਤੇ ਅੰਦਰਲੀਆਂ ਚੀਜ਼ਾਂ ਹੁੰਦੀਆਂ, ਉਹਨਾਂ ਦੇ ਉੱਤੇ ਗੱਲ ਕਰਦੇ ਆ। ਕਮੀ ਤਾਂ ਰਹਿ ਹੀ ਜਾਂਦੀ ਆ। ਬਾਕੀ ਤੁਸੀਂ ਮਾਲਕ ਹੋ, ਸਵੀਕਾਰ ਕਰਦੇ ਹੋ ਜਾਂ ਅਸਵੀਕਾਰ ਕਰਦੇ ਹੋ, ਉਹਦਾ ਹਵਾਲਾ ਜ਼ਰੂਰ ਆਉਣਾ ਚਾਹੀਦਾ, ਤਾਂ ਕਿ ਸਿੱਖਦੇ ਰਹੀਏ। ਸਿਖਿਆਰਥੀ ਹੋਣ ਦਾ ਅਨੁਭਵ ਸਭ ਤੋਂ ਅਹਿਮ ਅਨੁਭਵ ਹੈ। ਬਹੁਤ ਮਿਹਰਬਾਨੀ। ਧੰਨਵਾਦ।